ਸਤਨਾਮ ਵਾਹਿਗੁਰੂ ਸਾਹਿਬ ਜੀਓ। ਆਪ ਹਾਥ ਦੈ ਮੁਝੈ ਉਬਰਿਐ, ਮਰਨ ਕਾਲ ਕਾ ਤਰਾਸ ਨਿਵਰਿਐ। ਹੂ ਜੋ ਸਦਾ ਹਮਾਰੇ ਪਛਾ, ਸ਼੍ਰੀ ਅਸ ਤੁਜ ਜੂ ਕਰਿਓ ਰੱਛਾ। ਰਾਖ ਲਿਹੋ ਮੋਹਿ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ ਕੰਤਾ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵ ਜੂ ਅਵਤਰਾ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ, ਅੰਤਰਜਾਮੀ ਸਰਬ ਕਲਾ ਸਮਰੱਥ ਲੋਕ ਪਰਲੋਕ ਦੇ ਸਹਾਇਕ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਸ਼ੋਭਾਇਮਾਨ ਗੁਰੂ ਰੂਪ ਸਾਧ ਸੰਗਤ ਜੀਓ। ਆਪ ਜੀ ਵਡਭਾਗੇ ਹੋ ਜੋ ਕਿ ਅਕਾਲ ਪੁਰਖ ਵਾਹਿਗੁਰੂ ਵੱਲੋਂ ਮਿਲੇ ਅਮੋਲਕ ਮਨੁੱਖੀ ਜੀਵਨ ਨੂੰ ਗੁਰੂ ਕੀ ਹਜ਼ੂਰੀ ਵਿੱਚ ਪਹੁੰਚ ਕੇ ਹਾਜ਼ਰੀ ਲਵਾ ਕੇ ਸਫਲ ਕਰ ਰਹੇ ਹੋ। ਅੱਜ ਦਾ ਜੋ ਵਿਚਾਰ ਅਧੀਨ ਪ੍ਰਸੰਗ ਹੈ, ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਚੌਪਈ ਸਾਹਿਬ, ਜੋ ਕਿ ਦਸਮ ਗ੍ਰੰਥ ਅੰਦਰ ਚਰਿਤ੍ਰੋ ਪਖਿਆਨ ਦੇ ਅਧੀਨ ਦਰਜ ਹੈ। ਆਪ ਜੀ ਨੇ ਇਸ ਬਾਣੀ ਵਿੱਚੋਂ 5, 6 ਔਰ 7 ਨੰਬਰ ਸ਼ੰਤ ਸਰਵਣ ਕੀਤੇ। ਜਿਵੇਂ ਕਿ ਇਸ ਬਾਣੀ ਦਾ ਜੋ ਸਿਰਲੇਖ ਹੈ ਉਸ ਅੰਦਰ ਦਰਸਾਇਆ ਗਿਆ ਕਿ ਇਹ ਬਾਣੀ ਸਹਾਇਤਾ ਵਾਸਤੇ ਅਰਦਾਸ ਦੇ ਰੂਪ ਵਿੱਚ ਉਚਾਰਨ ਕੀਤੀ ਗਈ ਹੈ। ਅਕਾਲ ਪੁਰਖ ਦੇ ਚਰਨਾਂ ਵਿੱਚ ਆਪਣੇ ਬਚਾਅ ਵਾਸਤੇ, ਆਪਣੇ ਸਿੱਖਾਂ ਦੀ ਹਿਫਾਜ਼ਤ ਵਾਸਤੇ ਔਰ ਅੰਦਰਲੇ ਤੇ ਬਾਹਰਲੇ ਦੁਸ਼ਮਣਾਂ ਨੂੰ ਮਾਰਨ ਦੀ ਸ਼ਕਤੀ ਅਕਾਲ ਪੁਰਖ ਦੇ ਦਰ ਤੋਂ ਮੰਗੀ ਗਈ ਹੈ। ਕਲਗੀਆਂ ਵਾਲੇ ਨੇ ਆਪ ਅਰਦਾਸ ਕੀਤੀ ਹੈ, ਕਿਉਂਕਿ ਸਿੱਖੀ ਦਾ ਜਿਹੜਾ ਮੂਲ ਸਿਧਾਂਤ ਹੈ, ਜਿੱਥੇ ਗੁਰਸਿੱਖੀ ਜਪ ਤਪ ਨਾਲ ਸੰਬੰਧਿਤ ਹੈ, ਸੇਵਾ ਨਾਲ, ਉੱਥੇ ਇਸ ਦਾ ਸੰਬੰਧ ਅਰਦਾਸ ਨਾਲ ਬੜਾ ਗਹਿਰਾ ਹੈ। ਅਰਦਾਸ ਦਾ ਮਤਲਬ ਹੈ ਕਿ ਜਿਹੜਾ ਕੰਮ ਮਨੁੱਖ ਤੋਂ ਆਪ ਨਾ ਹੋ ਸਕੇ ਉਹਦੇ ਵਾਸਤੇ ਸਹਾਇਤਾ ਮੰਗਣੀ, ਆਪ ਨਹੀਂ ਕਰ ਸਕਦਾ। ਜਿਵੇਂ ਕਿ ਅੱਜ ਦਾ ਸ਼ੰਤ ਹੈ, ਪੰਜਵਾਂ ਸ਼ੰਤ,
ਇਹਦੇ ਅੰਦਰ ਸਤਿਗੁਰੂ ਨੇ ਇੱਕ ਡਰ ਦਾ ਜ਼ਿਕਰ ਕੀਤਾ, ਕਿਉਂਕਿ ਡਰ ਤੋਂ ਬਿਨਾਂ ਭਗਤੀ ਨਹੀਂ। ਅਰਦਾਸ ਜਿਹੜੀ ਹੈ ਕਿਸੇ ਨਾ ਕਿਸੇ ਡਰ ਦੇ ਕਾਰਨ ਇਕਾਗਰਤਾ ਬਣਦੀ। ਤੇ ਸਤਿਗੁਰੂ ਨੇ ਅੱਜ ਬਚਨ ਕੀਤਾ ਹੈ, ਕਹਿੰਦੇ ਮੇਰੇ ਅੰਦਰੋਂ ਇੱਕ ਡਰ ਹੈ। ਉਹ ਡਰ ਭਾਵੇਂ ਉਹਨਾਂ ਨੂੰ ਨਹੀਂ ਸੀ, ਪਰ ਸਾਰੇ ਸੰਸਾਰ ਦੇ ਉੱਤੇ ਉਸ ਡਰ ਦਾ ਪ੍ਰਭਾਵ ਹੈ। ਉਹ ਡਰ ਕਿਹੜਾ ਹੈ? ਉਹਨੂੰ ਕਹਿੰਦੇ ਨੇ ਮਰਨ ਕਾਲ, ਮਰਨ ਦਾ ਡਰ, ਮੌਤ ਦਾ ਡਰ। ਘੱਟ ਕਰੋ ਜ਼ਿਆਦਾ। ਮੌਤ ਦਾ ਡਰ ਹੈ। ਸਾਰਾ ਸੰਸਾਰ ਇਹਦੇ ਤੋਂ ਭੈ-ਭੀਤ। ਤੇ ਸਤਿਗੁਰੂ ਨੇ ਇੱਥੇ ਬਚਨ ਕੀਤੇ ਨੇ, ਆਪ ਹਾਥ ਦੇ ਮੁਝੇ ਉਬਰੀਐ। ਹੱਥ ਦੇ ਕੇ ਮੈਨੂੰ ਇੱਕ ਟੋਏ ਵਿੱਚੋਂ ਕੱਢੋ। ਇਹਦੇ ਅਰਥ ਇਹ ਨੇ, ਜਿਵੇਂ ਕੋਈ ਵਿਅਕਤੀ ਕਿਸੇ ਖੂਹ ਵਿੱਚ ਡਿੱਗਾ ਹੋਵੇ, ਜਿਵੇਂ ਕੋਈ ਮਨੁੱਖ ਕਿਸੇ ਦਲ ਦੇ ਵਿੱਚੋਂ ਪਾਰ ਲੰਘਦਾ ਫਸ ਜਾਏ, ਉਹਦੇ ਪੈਰ ਵਿੱਚ ਹੀ ਜਕੜੇ ਜਾਣ, ਉਹ ਜ਼ੋਰ ਲਾਏ ਉਹਦੇ ਵਿੱਚੋਂ ਬਾਹਰ ਆਉਣ ਵਾਸਤੇ, ਪਰ ਉਹਦੇ ਤੋਂ ਨਿਕਲਿਆ ਨਾ ਜਾਏ। ਉਹ ਫਿਰ ਆਪਣੀਆਂ ਬਾਹਾਂ ਉੱਚੀਆਂ ਕਰਕੇ ਪੁਕਾਰਦਾ ਹੈ, ਆਵਾਜ਼ਾਂ ਦਿੰਦਾ ਹੈ ਕਿ ਮੈਨੂੰ ਇਹਦੇ ਵਿੱਚੋਂ ਕੋਈ ਦੂਸਰਾ ਆਦਮੀ ਬਾਂਹ ਫੜ ਕੇ ਖਿੱਚ ਕੇ ਬਾਹਰ ਕੱਢੇ, ਕਿਉਂਕਿ ਮੇਰਾ ਆਪਣਾ ਯਤਨ ਕੰਮ ਨਹੀਂ ਕਰ ਰਿਹਾ। ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਕਹਿੰਦੇ ਮੌਤ ਦੇ ਡਰ ਦੀ ਦਲਦਲ ਵਿੱਚ ਜਦੋਂ ਜੀਵ ਫਸ ਗਿਆ, ਤੇ ਹਰ ਇੱਕ ਫਸਿਆ ਹੋਇਆ ਦੁੱਖ ਹੈ ਮੌਤ ਦਾ ਸਭ ਤੋਂ ਵੱਡਾ। ਤੇ ਇਹ ਵੀ ਮੈਂ ਬੇਨਤੀ ਕਰਾਂ, ਜਿੰਨਾ ਚਿਰ ਡਰ ਨਹੀਂ ਉਹਨਾਂ ਚਿਰ ਅਰਦਾਸ ਨਹੀਂ, ਜਿੰਨਾ ਚਿਰ ਡਰ ਨਹੀਂ ਉਹਨਾਂ ਚਿਰ ਇਕਾਗਰਤਾ ਨਹੀਂ। ਡਰ ਬੜੀ ਵੱਡੀ ਸ਼ਕਤੀ ਹੈ, ਖਿਆਲ ਰੱਖੋ। ਗੁਰੂ ਸਾਹਿਬ ਨੇ ਤੇ ਇਹ ਅਰਦਾਸ ਵੀ ਕੀਤੀ ਰੱਬ ਦੇ ਚਰਨਾਂ ਵਿੱਚ, ਭੈ ਮੁੱਚ ਭਾਰਾ ਵੱਡਾ ਤੋਲ, ਮਨ ਮਤ ਹੌਲੀ ਬੋਲੇ ਬੋਲ। ਜੇ ਕੋਈ ਬੰਦਾ ਮਨ ਦੇ ਆਸਰੇ ਭਗਤੀ ਕਰੇ ਨਾ, ਹਜ਼ੂਰ ਕਹਿੰਦੇ ਓਛੀ ਹੈ, ਹੌਲੀ ਹੈ ਗੱਲ। ਮਨ ਮਤ ਹੌਲੀ, ਹੌਲੀ ਦਾ ਮਤਲਬ ਜਿਹਦਾ ਵਜਨ ਕੋਈ ਨਹੀਂ। ਮਨ ਨਾਲ ਤੁਸੀਂ ਪੜ੍ਹ ਕੇ ਅਰਦਾਸ ਕਰੋ ਵੀ ਅਰਦਾਸ ਕਰਨੀ ਚਾਹੀਦੀ, ਅਰਦਾਸ ਹੋ ਜਾਏਗੀ, ਅੱਖਰ ਆ ਜਾਣਗੇ। ਮਨ ਨਾਲ ਤੁਸੀਂ ਗਿਆਨ ਪੜ੍ਹੋ, ਪੜ੍ਹਿਆ ਜਾਏਗਾ। ਮਨ ਦੀ ਮਤ ਦੇ ਨਾਲ ਤੁਸੀਂ ਕੋਈ ਵੀ ਕੰਮ ਕਰੋ, ਧਰਮ ਦਾ, ਅਰਦਾਸ ਕਰੋ, ਪਾਠ ਕਰੋ, ਸੇਵਾ ਕਰੋ। ਸੱਚੇ ਪਾਤਸ਼ਾਹ ਕਹਿੰਦੇ ਹੌਲੀ ਹੈ, ਯਾਨੀ ਕਿ ਉਹਦੇ ਵਿੱਚ ਬਹੁਤਾ ਵਜਨ ਨਹੀਂ, ਕੰਮ ਦੀ ਨਹੀਂ ਹੈ। ਜੇ ਕੋਈ ਮਨ ਦੇ ਨਾਲ ਅਰਦਾਸ ਕਰੇ ਇਕੱਲਾ, ਮੈਂ ਅਰਦਾਸ ਕਰਨੀ, ਕਹਿੰਦੇ ਹੌਲੀ ਹੈ। ਬੋਲੇ ਬੋਲ, ਜੇ ਕੋਈ ਬੋਲਦਾ ਇਸ ਤਰ੍ਹਾਂ, ਮਹਾਰਾਜ ਫਿਰ ਕਿਹੜੀ ਅਰਦਾਸ ਤੇਰੇ ਦਰ ਤੇ ਪ੍ਰਵਾਨ ਹੁੰਦੀ ਹੈ? ਕਹਿੰਦੇ ਭਉ ਮੁੱਚ ਭਾਰਾ ਵੱਡਾ ਤੋਲ। ਜਦੋਂ ਕੋਈ ਬੰਦਾ ਕਿਸੇ ਡਰ ਤੋਂ ਘਬਰਾ ਕੇ ਅਰਦਾਸ ਕਰੇ, ਉਹ ਅਰਦਾਸ ਵੱਡੀ ਹੁੰਦੀ ਹੈ, ਡਰ ਤੋਂ ਪ੍ਰਭਾਵਿਤ ਹੋ। ਕਿਉਂਕਿ ਡਰ ਇਕਾਗਰ ਕਰਦਾ। ਤੁਸੀਂ ਕਦੀ ਵੇਖਣਾ, ਆਪਾਂ ਗੁਰੂ ਕੋਲ ਆਉਂਦੇ ਹਾਂ, ਕਈ ਵਾਰੀ ਆਏ, ਉਨੀ ਇਕਾਗਰਤਾ ਨਾਲ ਅਰਦਾਸ ਨਹੀਂ ਹੁੰਦੀ ਜਿੰਨੀ ਇਕਾਗਰਤਾ ਨਾਲ ਕਿਸੇ ਦਿਨ ਬੰਦਾ ਦੁੱਖ ਵਿੱਚ ਹੋਵੇ, ਤੇ ਜਿੰਨੀ ਇਕਾਗਰਤਾ ਨਾਲ ਉਸ ਦਿਨ ਗੱਲ ਕਰਦਾ ਹੈ। ਕਿਉਂਕਿ ਦੁੱਖ ਨਾਲ ਇਕਾਗਰਤਾ ਹੁੰਦੀ ਹੈ, ਅਰਦਾਸ ਹੁੰਦੀ ਹੈ। ਦੁੱਖ ਹੈ, ਹੀਨਤਾ ਹੈ, ਕੋਈ ਨਾ ਕੋਈ ਗਰੀਬੀ ਹੈ, ਕੋਈ ਸਰੀਰ ਦਾ ਰੋਗ ਹੈ, ਕੋਈ ਦੁੱਖ ਹੈ, ਜਾਂ ਮੌਤ ਦਾ ਡਰ ਆਉਣ ਲੱਗ ਪਿਆ, ਇਹ ਸਾਰੀਆਂ ਚੀਜ਼ਾਂ ਦੇ ਡਰ ਤੋਂ ਘਬਰਾ ਕੇ ਮਨੁੱਖ ਅਰਦਾਸ ਕਰੇਗਾ, ਕਾਮਯਾਬ ਹੋਏਗਾ, ਸਫਲ ਹੋ ਜਾਏਗਾ। ਮੈਂ ਛੋਟੀ ਜਿਹੀ ਉਦਾਹਰਨ ਦੇ ਦਿਆਂ ਇੱਥੇ, ਸ਼ਾਇਦ ਕਿਤੇ ਮੁੱਦਤ ਪਹਿਲਾਂ ਤੁਹਾਡੇ ਨਾਲ ਸਾਂਝੀ ਵੀ ਕੀਤੀ ਹੋਵੇ। ਡਰ ਤੋਂ ਬਿਨਾਂ ਨਹੀਂ। ਵੱਡੇ ਵੱਡੇ ਮਸਲੇ ਨੇ ਜ਼ਿੰਦਗੀ ਦੇ ਜਿਹੜੇ ਭੈ ਨਾਲ ਹੱਲ ਹੁੰਦੇ। ਡਰ ਆਵੇ ਸਾਨੂੰ ਕਿਸੇ ਗੱਲ ਤੋਂ। ਇਸ ਕਰਕੇ ਜਿਹੜੇ ਸਿੱਖ ਨੂੰ ਗੁਰੂ ਆਪਣੇ ਬਹੁਤਾ ਨੇੜੇ ਲਿਆਉਣਾ ਚਾਹੁੰਦਾ, ਉਹਨੂੰ ਬੜੇ ਡਰ ਦੀ ਅੱਗ ਵਿੱਚੋਂ ਕੱਢਦਾ, ਭੈ ਦੀ ਅਗਨੀ ਵਿੱਚੋਂ ਕੱਢਦਾ, ਤਾਂ ਕਿ ਇਹ ਭੈ ਭੀਤ ਹੋ ਕੇ ਮੇਰੇ ਕੋਲ ਆਵੇਗਾ। ਤੁਸੀਂ ਕਦੀ ਵੇਖਿਆ ਹੋਵੇਗਾ, ਇਹ ਬੜੀਆਂ ਉਦਾਹਰਨਾਂ ਨੇ ਪਿਆਰੀਆਂ। ਇੱਕ ਬੱਚਾ ਮਾਂ ਤੋਂ ਆਕੀ ਹੋ ਗਿਆ, ਮਾਂ ਤੋਂ ਬੇਖਬਰ ਹੋ ਗਿਆ, ਬੇਪਰਵਾਹ ਹੋ ਗਿਆ, ਉਹਦੇ ਕੋਲੋਂ ਦੂਰ ਦੌੜ ਗਿਆ, ਘਰੋਂ ਬਾਹਰ ਨਿਕਲ ਗਿਆ।
ਉਹਨੇ ਬੜੇ ਤਰਲੇ ਮਿੰਨਤਾਂ ਕੀਤੀਆਂ ਵੀ ਤੂੰ ਕਿਤੇ ਗਵਾਚ ਨਾ ਜਾਏ, ਘਰ ਆ ਜਾ, ਹਨੇਰਾ ਹੈ, ਬਾਹਰ ਨਾ ਜਾਈ। ਪਰ ਉਹ ਇੰਨਾ ਅੰਦਰੋਂ ਬੇਖੌਫ ਹੋ ਕੇ ਮਾਂ ਨੂੰ ਸਤਾਉਣ ਵਾਸਤੇ ਦੂਰ ਭੱਜਦਾ ਹੈ। ਮਾਂ ਪਿੱਛੇ ਦੌੜਦੀ ਤੇ ਆਉਂਦਾ ਨਹੀਂ। ਧਿਆਨ ਦਿਓ, ਡਰ ਕੀ ਹੈ ਮੈਂ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਇਹ ਮਰਨ ਦਾ ਇੱਕ ਡਰ ਹੈ। ਜਿਸ ਵੇਲੇ ਉਹ ਦੌੜਦਾ ਹੈ ਤੇ ਮਾਂ ਨੇ ਭੱਜ ਦੌੜ ਕੀਤੀ, ਫੜਿਆ ਨਹੀਂ ਜਾਂਦਾ, ਨਾ ਨੇੜੇ ਆਉਂਦਾ ਹੈ, ਤੇ ਫਿਰ ਮਾਂ ਨੇ ਇੱਕ ਜੁਗਤ ਵਰਤੀ। ਉਹਨੇ ਕਿਹਾ, ਵੇਖ ਜਿੱਧਰ ਤੂੰ ਜਾ ਰਿਹਾ ਇੱਕ ਬੜਾ ਵੱਡਾ ਖਤਰਨਾਕ ਸਰਪ ਇਸ ਰਾਹ ਤੇ ਝਾੜੀ ਵਿੱਚ ਰਹਿੰਦਾ ਹੈ, ਜਿੱਧਰ ਤੂੰ ਜਾਣਾ। ਜੁਗਤ ਵਰਤੀ ਹੈ, ਸੱਪ ਉੱਥੇ ਹੋਵੇ ਜਾਂ ਨਾ ਹੋਵੇ ਇਹ ਗੱਲ ਨਹੀਂ। ਉਹਨੇ ਕਿਹਾ ਜਿਹੜੇ ਪਾਸੇ ਤੂੰ ਦੌੜ ਰਿਹਾ ਇੱਥੇ ਇੱਕ ਬੜਾ ਵੱਡਾ ਕਾਲਾ ਨਾਗ ਫਨੀਅਰ ਹੈ, ਸਰਪ ਹੈ, ਜੇ ਤੂੰ ਅੱਗੇ ਗਿਆ ਬਸ ਨਿਕਲਿਆ ਹੁਣੇ, ਝਾੜੀ ਹਿੱਲੀ ਹੈ, ਤੂੰ ਸੁਣਿਆ ਉਹਦੀ ਆਵਾਜ਼ ਆਈ ਹੈ। ਜਿਹੜਾ ਬੱਚਾ ਮਾਂ ਦੇ ਸੱਦਣ ਨਾਲ ਉਹਦੇ ਕੋਲ ਨਹੀਂ ਸੀ ਆਉਂਦਾ, ਇੱਕਦਮ ਖੜਾ ਹੋ ਗਿਆ, ਉੱਥੇ ਰੁਕ ਗਿਆ। ਕਿਉਂ? ਡਰ ਪਿਆ ਅੱਗੋਂ, ਡਰ ਨੇ ਰੋਕ ਦਿੱਤਾ। ਮਾਂ ਨੇ ਦੂਜੀ ਵਾਰੀ ਫਿਰ ਕਿਹਾ, ਬਸ ਨਿਕਲਿਆ ਝਾੜੀ ਵਿੱਚੋਂ ਸੱਪ, ਬਸ ਹੁਣੇ ਤੈਨੂੰ ਉਸਨੇ ਡੰਗ ਲੈਣਾ, ਉਹਦੇ ਦੰਦ ਬੜੇ ਖਤਰਨਾਕ ਨੇ, ਉਹ ਤੈਨੂੰ ਖਾ ਜਾਏਗਾ, ਤੈਨੂੰ ਜ਼ਹਿਰ ਚੜ ਜਾਣੀ ਹੈ, ਤੇਰੀ ਮੌਤ ਹੋ ਜਾਏਗੀ। ਜਦੋਂ ਦੂਸਰੀ ਵਾਰੀ ਇਹ ਨਕਸ਼ਾ ਵੱਜਿਆ ਤੇ ਉਹ ਹੀ ਬੱਚਾ ਦੌੜ ਕੇ ਆਪਣੀ ਮਾਂ ਦੀ ਗੋਦ ਵਿੱਚ ਆ ਗਿਆ। ਬਿਲਕੁਲ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ ਜਿਹੜੇ ਡਰ ਤੇ ਦੁੱਖ ਆਉਂਦੇ ਨੇ ਹੋਰ ਕਿਤੇ ਨਹੀਂ ਆਉਂਦੇ। ਅਸੀਂ ਕਈ ਵਾਰੀ ਕਹਿੰਦੇ ਹਾਂ ਵੀ ਅਸੀਂ ਸਿੱਖ ਵੀ ਹੋਈਏ ਤੇ ਬਾਣੀ ਵੀ ਪੜ੍ਹੀਏ ਤੇ ਡਰ ਵੀ ਉਸੇ ਤਰ੍ਹਾਂ। ਗੁਰੂ ਵੱਲੋਂ ਨੇੜੇ ਲਿਆਉਣ ਵਾਸਤੇ ਡਰ ਦਿੱਤੇ ਜਾਂਦੇ ਨੇ, ਪੀੜਾ ਦਿੱਤੀ ਜਾਂਦੀ ਹੈ, ਦਰਦ ਦਿੱਤੀ ਜਾਂਦੀ, ਤਾਂ ਕਿ ਇਹਦੇ ਤੋਂ ਭੈ ਭੀਤ ਹੋ ਕੇ ਅਰਦਾਸ ਕਰੇ, ਹੋਰ ਤਾਂ ਕੋਈ ਰਾਹ ਨਹੀਂ। ਤਾਂ ਭਉ ਮੁੱਚ ਭਾਰਾ ਵੱਡਾ ਤੋਲ, ਮਨ ਮਤ ਹੌਲੀ ਬੋਲੇ ਬੋਲ। ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਸ਼ਾਇਦ ਗੌੜੀ ਰਾਗ ਵਿੱਚ ਪਹਿਲਾ ਸ਼ਬਦ। ਕਹਿਣ ਲੱਗੇ, ਭੈ ਵਿੱਚ ਬੰਦਾ ਅਰਦਾਸ ਕਰੇ ਤੇ ਅੱਖਰਾਂ ਵਿੱਚ ਵਜਨ ਆ ਜਾਏਗਾ, ਰੱਬ ਦੇ ਘਰ ਤੱਕ ਉਹਦੀ ਆਵਾਜ਼ ਜਾਏਗੀ, ਉਹਦੀ ਪੁਕਾਰ ਚਲੀ ਜਾਏਗੀ। ਤਾਂ ਹੀ ਬਾਣੀ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਇੱਕ ਡਰ ਦੀ ਗੱਲ ਕਰਦੇ ਹੋਏ ਅਰਦਾਸ ਕਰਦੇ ਕਹਿੰਦੇ, ਹਰ ਜੂ ਰਾਖ ਲਿਓ ਪਤ ਮੇਰੀ। ਪਤ ਬਚਾਉਣ ਦੀ ਅਰਦਾਸ ਕਰਦੇ ਨੇ। ਹਰ ਜੂ ਰਾਖ ਲਿਓ ਪਤ ਮੇਰੀ। ਅੱਗੋਂ ਆਵਾਜ਼ ਆਈ, ਕਿਹਦੇ ਤੋਂ ਪਤ ਬਚਾਈਏ ਤੁਹਾਡੀ? ਕੀ ਗੱਲ ਬਣ ਗਈ ਤੁਹਾਨੂੰ? ਕਿਉਂ ਅਰਦਾਸ ਕੀਤੀ ਜੇ? ਕਹਿੰਦੇ, ਜਮ ਕੋ ਤਰਾਸ ਭਇਓ ਉਰ ਅੰਤਰ। ਮੇਰੇ ਮਨ ਵਿੱਚ ਜਮਾਂ ਦਾ ਡਰ ਪੈਦਾ ਹੋ ਗਿਆ। ਆ ਰਹੇ ਨੇ, ਸੰਗਲ ਫੜੇ ਹੋਏ ਨੇ, ਡੰਡਾ ਫੜਿਆ, ਆਉਂਦੇ ਨਾ ਗੁਰਬਾਣੀ ਵਿੱਚ ਸ਼ਬਦ, ਬੜੇ ਭੈ ਭੀਤ। ਕਹਿੰਦੇ, ਜਮ ਕੋ ਤਰਾਸ ਭਇਓ ਉਰ ਅੰਤਰ। ਤਰਾਸ ਕਹਿੰਦੇ ਡਰ ਨੂੰ, ਆਪਾਂ ਕਹਿੰਦੇ ਹਾਂ ਡਰ ਤੋਂ ਬੰਦਾ ਤਰਾਸ ਕਰਨ ਲੱਗ ਪਿਆ। ਮੇਰੇ ਮਨ ਵਿੱਚ ਜਮਾਂ ਦਾ ਡਰ ਬਹੁਤ ਪੈ ਗਿਆ। ਤੇ ਇੱਕ ਗੱਲ ਦਾ ਹੋਰ ਪਤਾ ਚੱਲ ਗਿਆ ਵੀ ਜਮਾਂ ਤੋਂ ਤੁਹਾਡੇ ਤੋਂ ਬਿਨਾਂ ਹੋਰ ਕੋਈ ਛੁਡਾ ਨਹੀਂ ਸਕਦਾ, ਕੋਈ ਨਹੀਂ ਛੁਡਾ ਸਕਦਾ। ਮੌਤ ਤੋਂ ਕਿਸੇ ਨੇ ਛੁਡਾਉਣਾ ਹੀ ਨਹੀਂ। ਮੌਤ ਤੋਂ ਪਾਰ ਸਿਰਫ ਤੇ ਸਿਰਫ ਗੁਰੂ ਲਿਜਾ ਸਕੇ। ਤੇ ਜ਼ਿੰਦਗੀ ਦਾ ਸਭ ਤੋਂ ਵੱਡਾ ਇਹ ਮਸਲਾ ਹੈ ਮੌਤ। ਸਭ ਤੋਂ ਵੱਡਾ ਡਰ ਹੈ। ਗਰੀਬੀ ਦਾ ਡਰ ਛੋਟਾ ਹੈ, ਮੌਤ ਦਾ ਡਰ ਵੱਡਾ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜਮ ਕੋ ਤਰਾਸ ਭਇਓ ਉਰ ਅੰਤਰ, ਸ਼ਰਨ ਗਹੀ ਕਿਰਪਾ ਨਿਧ ਤੇਰੀ। ਤੇਰੀ ਸ਼ਰਨ ਵਿੱਚ ਆਇਆ, ਮੈਨੂੰ ਇਸ ਡਰ ਵਿੱਚੋਂ ਕੱਢ ਲੈ। ਉਸੇ ਨੂੰ ਅੱਜ ਗੁਰੂ ਕਲਗੀਆਂ ਵਾਲੇ ਕਹਿੰਦੇ, ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤਰਾਸ ਨਿਵਰੀਐ। ਤਰਾਸ ਸ਼ਬਦ ਗੁਰੂ ਤੇਗ ਬਹਾਦਰ ਨੇ ਵੀ ਵਰਤਿਆ, ਤਰਾਸ ਸ਼ਬਦ ਗੁਰੂ ਗੋਬਿੰਦ ਸਿੰਘ ਵੀ ਵਰਤ ਰਹੇ। ਉਹ ਕਹਿੰਦੇ ਨੇ ਜਮ ਕੋ ਤਰਾਸ, ਇੱਧਰ ਕਹਿੰਦੇ ਮਰਨ ਕਾਲ ਕਾ ਤਰਾਸ। ਹੈ ਕੋਈ ਫਰਕ ਦੋਵਾਂ ਵਿੱਚ? ਇੱਥੇ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਦਾ ਜੋੜ ਬਣਦਾ ਹੈ।
ਆਪਸ ਵਿੱਚ ਸ਼ਬਦ ਵੀ ਮਿਲਦੇ ਨੇ, ਧਾਰਨਾਵਾਂ ਵੀ ਮਿਲਦੀਆਂ ਨੇ, ਭਾਵਨਾਵਾਂ ਵੀ ਮਿਲਦੀਆਂ ਨੇ, ਵਿਚਾਰਾਂ ਵੀ ਸਾਂਝ ਪਾਉਂਦੀਆਂ ਨੇ। ਕਹਿੰਦੇ ਡਰ ਤੋਂ ਘਬਰਾ ਕੇ ਮੈਂ ਤੇਰੇ ਅੱਗੇ ਅਰਦਾਸ ਕਰਨਾ, ਮੈਨੂੰ ਬਚਾ। ਇਹ ਚੌਪਈ ਹੈ, ਬੇਨਤੀ ਹੈ, ਅਰਦਾਸ ਹੈ। ਬੜੀ ਮਹਾਨ ਬਾਣੀ ਬਖਸ਼ਿਸ਼ ਕੀਤੀ ਸਤਿਗੁਰਾਂ ਨੇ ਸਾਨੂੰ। ਔਰ ਹੁਣ ਕਿਹੜੀ ਗੱਲ ਵਿੱਚੋਂ ਉਭਾਰਨ ਵਾਸਤੇ, ਬਚਣ ਵਾਸਤੇ ਗੁਰੂ ਸਾਹਿਬ ਅਰਦਾਸ ਕਰ ਰਹੇ ਨੇ, ਆਪਾਂ ਥੋੜ੍ਹਾ ਜਿਹਾ ਦੇ ਉੱਤੇ ਵਿਚਾਰ ਕਰਾਂਗੇ ਕਿ ਆਪ ਹਾਥ ਦੈ ਮੁਝੈ ਉਬਰੀਐ। ਉਬਰੀਐ ਦਾ ਮਤਲਬ ਹੁੰਦਾ, ਮੈਂ ਪਹਿਲਾਂ ਕਹਿ ਚੁੱਕਾ ਵੀ ਕੋਈ ਆਦਮੀ ਟੋਏ ਵਿੱਚ ਡਿੱਗ ਪਏ ਤੇ ਉਹਨੂੰ ਕੱਢਣਾ, ਉਹਨੂੰ ਕਹਿੰਦੇ ਉਭਾਰਨਾ, ਬਾਹਰ ਖਿੱਚਣਾ, ਵੀ ਬਾਹਰ ਨਿਕਲ ਆਓ। ਮਹਾਰਾਜ ਕਿਹੜੇ ਟੋਏ ਦੀ ਗੱਲ ਕਰ ਰਹੇ? ਕਿੱਥੇ ਡਿੱਗੇ ਹੋਏ ਆ? ਅਸੀਂ ਤਾਂ ਬਿਲਕੁਲ ਸਲਾਮਤ ਹਾਂ, ਕੋਈ ਟੋਇਆ ਨਹੀਂ ਆਇਆ। ਹਜ਼ੂਰ ਕਹਿੰਦੇ ਤੈਨੂੰ ਪਤਾ ਹੀ ਨਹੀਂ, ਤੂੰ ਇੰਨੇ ਚਿਰ ਦਾ ਇਸ ਸੰਸਾਰ ਰੂਪੀ ਖੂਹ ਵਿੱਚ ਡਿੱਗਾ ਹੋਇਆ, ਤੂੰ ਖੂਹ ਨਾਲ ਸਮਝੌਤਾ ਹੀ ਕਰ ਲਿਆ ਹੈ। ਇਹ ਸੱਚਾਈ ਹੈ ਸਾਧ ਸੰਗਤ। ਜਿਹੜਾ ਜੀਵਨ ਅਸੀਂ ਜੀ ਰਹੇ ਹਾਂ, ਅਸੀਂ ਧਰਮੀ ਨਹੀਂ, ਅਸੀਂ ਇਸ ਜ਼ਿੰਦਗੀ ਨਾਲ ਸਮਝੌਤਾ ਕਰ ਲਿਆ। ਇਸ ਤਰ੍ਹਾਂ ਹੀ ਚੱਲਦਾ ਹੈ ਸੰਸਾਰ। ਜੋ ਇਸ ਤਰ੍ਹਾਂ ਹੋਇਆ, ਅਸੀਂ ਵੀ ਇਸ ਤਰ੍ਹਾਂ ਕਰਾਂਗੇ। ਇਹ ਕਿਹੜਾ ਖੂਹ ਹੈ ਜਿਹਦੇ ਵਿੱਚੋਂ ਉਬਾਰਨ ਦੀ ਗੱਲ ਗੁਰੂ ਗੋਬਿੰਦ ਸਿੰਘ ਕਰ ਰਹੇ ਨੇ? ਡਿੱਗੇ ਹੋਏ ਨੂੰ ਖਿੱਚਣਾ ਚਾਹੁੰਦੇ ਨੇ ਉੱਪਰ, ਡਿੱਗੇ ਹੋਏ। ਤੇ ਗੁਰੂ ਦੀ ਇਹ ਡਿਊਟੀ, ਇਹ ਡਿੱਗਿਆਂ ਨੂੰ ਉਠਾਉਣਾ, ਲਿਬੜਿਆਂ ਨੂੰ ਧੋਣਾ, ਟੋਏ ਵਿੱਚ ਡਿੱਗਿਆਂ ਹੋਇਆਂ ਨੂੰ ਬਾਹਰ ਕੱਢਣਾ। ਇਸ ਵਾਸਤੇ ਗੁਰੂ ਸਾਹਿਬ ਆਏ, ਆਉਂਦੇ ਰਹੇ ਕਿ ਇਹਨਾਂ ਨੂੰ ਵਿੱਚੋਂ ਕੱਢੀਏ। ਹੁਣ ਅਸੀਂ ਡਿੱਗੇ ਕਿੱਥੇ ਆ? ਅਸੀਂ ਤੇ ਮੰਨਾਂਗੇ ਨਹੀਂ। ਜਦੋਂ ਇਹ ਕਥਾਵਾਂ ਚੱਲਦੀਆਂ ਨੇ, ਅਸੀਂ ਕਿਉਂ ਨਹੀਂ ਸੁਣਦੇ ਵੀ ਆਪਾਂ ਖੂਹ ਵਿੱਚ ਡਿੱਗੇ ਆ? ਇਹਦਾ ਜਵਾਬ ਭਗਤ ਰਵਿਦਾਸ ਜੀ ਨੇ ਦਿੱਤਾ। ਕਹਿੰਦੇ ਇੱਕ ਡੱਡੂ ਸਦੀਆਂ ਤੋਂ, ਦਹਾਕਿਆਂ ਤੋਂ ਖੂਹ ਦਾ ਨਿਵਾਸੀ ਸੀ ਤੇ ਉਹਦਾ ਜਨਮ ਵੀ ਖੂਹ ਦੇ ਵਿੱਚ ਹੀ ਹੋਇਆ। ਹੁਣ ਵਿਚਾਰੇ ਦੇ ਵੱਸ ਦੀ ਉਹਦੀ ਵੀ ਗੱਲ ਨਹੀਂ। ਚਲੋ ਇੱਕ ਡੱਡੂ ਬਾਹਰੋਂ 4 ਸਾਲ ਬਾਹਰ ਰਿਹਾ ਹੋਵੇ ਤੇ ਫਿਰ ਖੂਹ ਵਿੱਚ ਆਉਂਦਾ ਜਾਂਦਾ ਡਿੱਗ ਪਏ, ਉਹਦੇ ਮਨ ਵਿੱਚ ਤੇ ਮਾੜੀ ਮੋਟੀ ਗੱਲ ਰਹੇਗੀ ਵੀ ਬਾਹਰ ਵੀ ਕੋਈ ਥਾਂ ਹੈ ਤੇ ਆਪਾਂ ਟੋਏ ਵਿੱਚ ਡਿੱਗੇ ਹੋਏ। ਤੇ ਜੇ ਉਹ ਜਿਹੜੇ ਡੱਡੂ ਆਉਂਦੇ ਜਾਂਦੇ ਖੂਹ ਵਿੱਚ ਡਿੱਗ ਪਏ ਤੇ ਉਹਨਾਂ ਦੇ ਘਰ ਅੱਗੋਂ ਨਵੇਂ ਬੱਚਿਆਂ ਨੇ ਜਨਮ ਲਿਆ, ਨਵੇਂ ਮੈਂਡਕਾਂ ਨੇ ਜਨਮ ਲਿਆ, ਹੁਣ ਉਹਨਾਂ ਦੇ ਵੱਸ ਦੀ ਕਿਹੜੀ ਗੱਲ ਹੈ? ਉਹ ਤੇ ਵਿਚਾਰੇ ਕਹਿਣਗੇ ਆਹ ਹੀ ਘਰ ਹੈ, ਆਹ ਹੀ ਦੁਨੀਆ ਹੈ। ਭਗਤ ਰਵਿਦਾਸ ਜੀ ਕਹਿੰਦੇ ਨੇ ਦੁਨੀਆ ਦੇ ਬਹੁਤੇ ਲੋਕ ਤਾਂ ਇਹ ਮੰਨਦੇ ਹੀ ਨਹੀਂ ਵੀ ਅਸੀਂ ਟੋਏ ਵਿੱਚ ਡਿੱਗੇ ਹੋਏ ਹਾਂ। ਉਹ ਕਹਿੰਦੇ ਇੱਥੇ ਹੀ ਤੇ ਜੰਮੇ ਸੀ, ਆਹ ਹੀ ਤੇ ਚਾਰ ਦੁਆਰੀ ਸੀ, ਬਸ 4-5 ਹੀ ਤੇ ਕੰਮ ਸਾਡੇ ਵੱਡੇ ਕਰਦੇ ਰਹੇ ਨੇ, ਦਾਦਾ ਪੜਦਾਦਾ ਕਰਦਾ ਰਿਹਾ। ਬਸ ਸਵੇਰੇ ਉੱਠਣਾ, ਇਸ਼ਨਾਨ ਪਾਣੀ ਕਰਨਾ, ਵਸਤਰ ਚੰਗੇ ਪਾਉਣੇ, ਖਾ ਪੀ ਲੈਣਾ, ਕੰਮ ਤੇ ਚਲੇ ਜਾਣਾ, ਕੰਮ ਕਾਰ ਕਰਨਾ, ਧਨ ਕਮਾਉਣਾ, ਵਾਪਸ ਮੁੜ ਜਾਣਾ, ਕੁਝ ਖਾ ਲੈਣਾ, ਕੁਝ ਸੌਂ ਲੈਣਾ, ਸਵੇਰੇ ਫਿਰ ਜਾਗ ਪੈਣਾ, ਫਿਰ ਉਸੇ ਤਰ੍ਹਾਂ ਕਰਨਾ, ਕਰ ਕਰਕੇ ਤੇ ਗਿਣਦੇ ਰਹਿਣਾ ਵੀ ਇਸ ਵਾਰੀ ਮੈਂ ਇੰਨੇ ਸਾਲ ਦਾ ਹੋ ਗਿਆ, ਇਸ ਵਾਰੀ ਮੈਂ 40 ਦਾ ਹੋ ਗਿਆ, ਫਿਰ ਮੈਂ 45 ਦਾ, 50 ਦਾ, ਫਿਰ ਕਦੀ ਕਦੀ ਕਹਿ ਦੇਣਾ ਚਲੋ ਅੱਧੀ ਲੰਘ ਗਈ, ਫਿਰ ਕਦੀ ਕਦੀ ਕਹਿ ਦੇਣਾ ਵੀ ਹੁਣ ਤੇ ਸਿਰੇ ਤੇ ਲੱਗ ਗਿਆ। ਇਸ ਤਰ੍ਹਾਂ ਲੰਘਾਉਂਦਿਆਂ ਲੰਘਾਉਂਦਿਆਂ ਇੱਕ ਦਿਨ ਮਰ ਜਾਣਾ। ਇਹਨੂੰ ਤੇ ਜੀਵਨ ਮੰਨਿਆ ਸੀ, ਇਹਨੂੰ ਜ਼ਿੰਦਗੀ ਸਮਝ ਲਿਆ ਵੀ ਇਹ ਜੀਵਨ ਹੈ। ਜਿਹੜਾ ਮਨੁੱਖ ਇਹਦੇ ਤੋਂ ਅਗਲੀ ਜ਼ਿੰਦਗੀ ਦੀ ਖੋਜ ਕਰਦਾ, ਉਹ ਧਰਮ ਦੀ ਖੋਜ ਕਰ ਰਿਹਾ, ਦੂਜਾ ਨਹੀਂ, ਭਾਵੇਂ ਉਹ ਧਾਰਮਿਕ ਹੈ। ਜਿਹੜਾ ਇਹਦੇ ਨਾਲ ਸਹਿਮਤ ਹੋ ਗਿਆ। ਨਾਸਤਿਕ ਕਿਹਨੂੰ ਕਹਿੰਦੇ ਨੇ? ਨਾਸਤਿਕ ਦਾ ਮਤਲਬ ਇਹ ਨਹੀਂ ਜਿਹੜਾ ਰੱਬ ਨੂੰ ਨਹੀਂ ਮੰਨਦਾ, ਨਹੀਂ। ਨਾਸਤਿਕ ਦਾ ਮਤਲਬ ਹੈ ਜਿਹਨੇ ਇਸ ਜ਼ਿੰਦਗੀ ਦੇ ਵਿੱਚ ਸਹਿਮਤੀ ਕਰ ਲਈ ਵੀ ਆਹ ਹੀ ਜ਼ਿੰਦਗੀ ਹੈ। ਇਹ 4-5 ਗੱਲਾਂ ਮਿਲ ਗਈਆਂ, ਸਹਿਮਤ ਹੋ ਗਿਆ, ਆਹ ਹੀ ਤੇ ਨਾਸਤਿਕ ਹੈ। ਹੋਰ ਨਾਸਤਿਕ ਦਾ ਅਰਥ ਕੀ ਹੁੰਦਾ ਹੈ? ਉਹਦੇ ਮੱਥੇ ਤੇ ਥੋੜ੍ਹੀ ਲਿਖਿਆ ਵੀ ਨਾਸਤਿਕ ਹੈ। ਨਾਸਤਿਕ ਦਾ ਮਤਲਬ ਹੈ ਨਾ ਆਸ ਰੱਖਣੀ ਕਿਤੇ ਤੋਂ ਵੀ ਇਸ ਖੂਹ ਤੋਂ ਬਾਹਰ ਵੀ ਕੋਈ ਜ਼ਿੰਦਗੀ ਹੋਵੇਗੀ। ਜਿਹਨੂੰ ਗੁਰੂ ਨਾਨਕ ਦੇਵ ਕਹਿ ਰਹੇ ਨੇ
ਜਿਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਉਸ ਤੋਤੇ ਦੀ ਗੱਲ ਪੈ ਕਰਦੇ ਨੇ ਜਿਹੜਾ ਸ਼ੁਰੂ ਤੋਂ ਜੰਮਦਾ ਹੀ ਪਿੰਜਰੇ ਵਿੱਚ ਪੈ ਗਿਆ। ਸੋਨੇ ਦਾ ਪਿੰਜਰਾ ਸੀ, ਚੂਰੀ ਰੋਜ਼ ਮਿਲਦੀ ਏ, ਵਿੱਚ ਹੀ ਰਹਿੰਦਾ ਹੈ। ਕਈ ਸਾਲ ਲੰਘ ਗਏ ਤੇ ਉਹਦੇ ਬਾਹਰਲੇ ਪਾਸੇ ਇੱਕ ਤੋਤਾ ਆ ਕੇ ਬਹਿ ਗਿਆ। ਬੜੀ ਸੋਹਣੀ ਕਹਾਣੀ ਸਮਝਣ ਵਾਸਤੇ। ਇਹ ਸ਼ਲੋਕ ਵੀ ਆਉਂਦਾ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੇ ਵਿੱਚ, ਜਿਹਦੇ ਵਿੱਚ ਉਹ ਕਹਿੰਦੇ, ਫਰੀਦਾ ਹਉ ਬਲਿਹਾਰੀ ਤਿੰਨ ਪੰਖੀਆਂ ਜੰਗਲ ਤਿੰਨਾ ਜਿੰਨਾ ਵਾਸ, ਕੱਕਰ ਚੁਗਣ ਥਲ ਵਸਣ ਰੱਬ ਨਾ ਛੋੜਨ ਪਾਸ। ਕਹਿੰਦੇ ਇੱਕ ਤੋਤਾ ਜੰਮਦਾ ਹੀ ਪਿੰਜਰੇ ਵਿੱਚ ਸੀ, ਤੇ ਪਿੰਜਰਾ ਸੀ ਅਮੀਰਾਂ ਦਾ, ਉਹ ਵੀ ਸੋਨੇ ਦਾ। ਉਹਦੇ ਵਿੱਚ ਡੱਕਿਆ ਸ਼ੁਰੂ ਤੋਂ ਉਹਨਾਂ ਨੇ, ਵਿੱਚ ਹੀ ਚੂਰੀ ਮਿਲਣੀ, ਵਿੱਚ ਹੀ ਮਿਰਚਾਂ ਮਿਲਣੀਆਂ, ਸਭ ਕੁਝ। ਉੱਥੇ ਬਹਿ ਬਹਿ ਕੇ ਖਾ ਖਾ ਕੇ ਸਰੀਰ ਭਾਰਾ ਹੋ ਗਿਆ। ਇੱਕ ਦਿਨ ਉਹਦੇ ਬਾਹਰਲੇ ਪਿੰਜਰੇ ਦੇ ਪਾਸੇ ਇੱਕ ਜੰਗਲ ਦਾ ਵਾਸੀ, ਆਜ਼ਾਦ ਉਡਾਰੀਆਂ ਭਰਨ ਵਾਲਾ, ਖੁੱਲੀਆਂ ਥਾਵਾਂ ਤੇ ਫਿਰਨ ਵਾਲਾ ਤੋਤਾ ਬਾਹਰਲੇ ਪਾਸੇ ਆ ਕੇ ਬੈਠ ਗਿਆ। ਤੇ ਅੰਦਰਲੇ ਨੇ ਵੇਖਿਆ, ਕਦੀ ਆਪਣੇ ਵੱਲੋਂ ਵਹਿੰਦਾ, ਕਦੀ ਉਹਦੇ ਵੱਲੋਂ, ਵੀ ਮੇਰੇ ਵਰਗਾ ਇੱਕ ਹੋਰ ਮੇਰਾ ਭਰਾ ਬਾਹਰ ਆਇਆ। ਪੁੱਛਿਆ ਤੂੰ ਕੌਣ? ਕਹਿੰਦੇ ਜਿਵੇਂ ਦਾ ਤੂੰ ਹੈ ਮੈਂ ਉਸੇ ਨਸਲ ਵਿੱਚੋਂ। ਤੂੰ ਕਿੱਥੋਂ ਆਇਆ? ਕਹਿਣ ਲੱਗੇ ਅਸੀਂ ਤੇ ਖੁੱਲੇ ਰਹਿੰਦੇ ਹਾਂ, ਤੇਰੇ ਵਾਂਗੂ ਗੁਲਾਮ ਥੋੜ੍ਹੀ ਆ ਪਿੰਜਰੇ ਦੇ। ਉਹ ਕਹਿੰਦਾ ਤੂੰ ਸਾਡੇ ਵੱਲ ਵੇਖ, ਕਦੀ ਚੂਰੀ ਖਾਧੀ ਆ? ਤੇ ਬਾਹਰਲਾ ਕਹਿੰਦਾ ਫਟਕਾਰ ਤੇਰੀ ਚੂਰੀ ਨੂੰ ਜਿਹੜਾ 2 ਕੁ ਫੁੱਟ ਵਿੱਚ ਹੀ ਮਿਲਦੀ, ਕਦੀ ਉੱਡ ਕੇ ਵੇਖੀ ਤੂੰ? ਕਹਿੰਦੇ ਉੱਡਣਾ ਕੀ ਹੁੰਦਾ? ਉੱਡਣਾ ਹੁੰਦਾ ਹੀ ਨਹੀਂ। ਉਡਾਰੀ ਵੇਖੀ ਕਦੀ? ਬਾਹਰਲੇ ਤੋਤੇ ਨੇ ਉਡਾਰੀ ਲਾ ਕੇ ਵਿਖਾਈ, ਇਸ ਤਰ੍ਹਾਂ ਉੱਡੀਦਾ। ਹੈਰਾਨ ਹੋ ਗਿਆ ਵੀ ਉੱਡ ਵੀ ਸਕੀਦਾ, ਕਿਉਂਕਿ ਉੱਡੇ ਨਹੀਂ ਸਨ ਕਦੀ। ਉਸ ਤੋਤੇ ਨੇ ਯਤਨ ਕੀਤਾ, ਉਹਦਾ ਪਿੰਜਰਾ ਖੋਲ ਦਿੱਤਾ। ਪਿੰਜਰਾ ਖੋਲ ਕੇ ਉਹਨੂੰ ਕਿਹਾ ਵੀ ਆਪਣੇ ਖੰਭ ਖੋਲ ਜਰਾ। ਹੁਣ ਖੰਭ ਤੇ ਸਾਰੀ ਜ਼ਿੰਦਗੀ ਹੋ ਗਈ, ਬੰਦ ਹੀ ਸਨ, ਖੋਲੇ ਤੇ ਹੈ ਨਹੀਂ ਸਨ, ਉਹ ਕਿੱਥੋਂ ਖੁੱਲ੍ਹਣ। ਉਹਨੇ ਬੜਾ ਸਿਖਾਇਆ, ਇਸ ਤਰ੍ਹਾਂ ਖੋਲ, ਆ ਉੱਡ ਕੇ ਵੇਖੀਏ। ਤੇ ਜਦੋਂ ਥੋੜ੍ਹਾ ਜਿਹਾ ਪਿੰਜਰੇ ਤੋਂ ਦੂਰ ਗਿਆ ਨਾ, ਉਹ ਤੋਤਾ ਜਿਹੜਾ ਸਾਰੀ ਉਮਰ ਪਿੰਜਰੇ ਵਿੱਚ ਰਿਹਾ ਸੀ, ਵਾਪਸ ਦੌੜ ਪਿਆ। ਕਹਿਣ ਲੱਗਾ ਨਹੀਂ, ਤੂੰ ਧੋਖਾ ਕਰਨ ਲੱਗਾ ਮੇਰੇ ਨਾਲ। ਕਿਉਂ? ਉਹ ਮੈਨੂੰ ਆਪਣੇ ਘਰ ਵਿੱਚੋਂ ਕੱਢਣਾ ਪਿਆ, ਮੈਂ ਤੇ ਇੱਥੇ ਹੀ ਸਾਰੀ ਉਮਰ ਰਿਹਾ, ਇਹੋ ਜਿਹਾ ਆਨੰਦ ਥੋੜ੍ਹੀ ਏ। ਉਹਨੇ ਕਿਹਾ ਬਸ ਗੁਲਾਮੀ ਤੇਰਾ ਜੀਵਨ ਬਣ ਗਿਆ, ਜਾ ਰਹਿ ਪਿੰਜਰੇ ਵਿੱਚ, ਇੱਥੇ ਹੀ ਖਾ ਚੂਰੀ ਤੇ ਇੱਥੇ ਹੀ ਮਰ ਜੀ, ਤੈਨੂੰ ਉੱਡਣਾ ਤੇ ਆਉਂਦਾ ਹੀ ਨਹੀਂ। ਜਿਹੜੇ ਰੱਬ ਦੇ ਪਿਆਰੇ ਨੇ, ਜਿਨ੍ਹਾਂ ਨੇ ਜੀਵਨ ਨੂੰ ਖੁੱਲ੍ਹੇ ਆਕਾਸ਼ ਵਿੱਚ ਜੀਵਿਆ, ਇਹ ਨਜ਼ਰ ਵੱਖਰੀ ਹੈ ਨਾ। ਜਿਹੜੀ ਸੰਸਾਰਕ ਦ੍ਰਿਸ਼ਟੀ ਹੈ, ਉਹ ਤੇ ਕਹਿੰਦੇ ਵੀ ਆਹ ਬੰਦੇ ਗੁਲਾਮੀ ਵਿੱਚ ਫਸ ਗਏ ਜੇ, ਜਿਹੜੇ ਗੁਰਦੁਆਰੇ ਜਾਂਦੇ ਨੇ, ਜਿਨ੍ਹਾਂ ਨੇ 5 ਕਕਾਰ ਪਾਏ ਨੇ, ਜਿਹੜੇ ਨਾਮ ਜਪਦੇ, ਬਾਣੀ ਪੜ੍ਹਦੇ ਗੁਲਾਮ। ਕਹਿੰਦੇ ਅਸੀਂ ਆਜ਼ਾਦ ਰਹਿੰਦੇ ਹਾਂ। ਆਜ਼ਾਦ ਦਾ ਮਤਲਬ ਸਾਡਾ ਕੋਈ ਸੱਭਿਆਚਾਰ ਨਹੀਂ, ਸਾਡਾ ਕੋਈ ਖਾਨਦਾਨ ਨਹੀਂ, ਕੋਈ ਮਾਂ ਨਹੀਂ, ਕੋਈ ਪਿਓ ਨਹੀਂ, ਕੋਈ ਇੱਜ਼ਤ ਨਹੀਂ, ਕੋਈ ਭੈਣ ਭਰਾ ਦਾ ਰਿਸ਼ਤਾ ਨਹੀਂ, ਕੋਈ ਪਤੀ ਪਤਨੀ ਦਾ ਨਾਤਾ ਨਹੀਂ ਰਿਹਾ। ਇਹਨੂੰ ਕਹਿੰਦੇ ਆਜ਼ਾਦੀ। ਤੇ ਇੱਧਰ ਉਸ ਸੋਨੇ ਦੇ ਪਿੰਜਰੇ ਵਿੱਚ ਬੈਠੇ ਤੋਤੇ ਨੂੰ, ਮਾਇਆ ਦੇ ਪਿੰਜਰੇ ਵਿੱਚ ਬੈਠੇ ਮਨੁੱਖ ਨੂੰ, ਜਦੋਂ ਖੁੱਲ੍ਹੇ ਆਕਾਸ਼ ਦੀ ਗੱਲ ਚੱਲਦੀ ਹੈ ਤੇ ਉਹਨੂੰ ਕਹਿੰਦਾ ਵੀ ਇਹ ਤੇ ਐਵੇਂ ਗੱਲਾਂ ਹੀ ਨੇ, ਇਹ ਸ਼ੁਰੂ ਤੋਂ ਲੈ ਕੇ ਕਥਾਵਾਚਕ ਕਰਦੇ ਰਹੇ ਨੇ, ਇਹਨਾਂ ਤਨਖਾਹ ਜੋ ਲੈਣੀ ਹੁੰਦੀ ਹੈ। ਸੱਚ ਜਾਣੋ ਇਹੀ ਗੱਲ ਹੈ। 80% ਇਹ ਸੋਚਦੇ ਨੇ ਲੋਕ ਬਈ ਇਹ ਤੇ ਇਹਨਾਂ ਦਾ ਤੇ ਕੰਮ ਹੋਇਆ ਨਾ, ਕਾਰੋਬਾਰ। ਸੱਚ ਨਹੀਂ ਸਮਝਦੇ, ਜਦ ਕਿ ਉਸ ਗੁਰੂ ਦੇ ਹੀ ਅਰਥ ਨੇ ਜਿਹਦੇ ਅੱਗੇ ਨੱਕ ਰਗੜਿਆ 5 ਵਾਰੀ, ਪਰਿਕਰਮਾ ਕੀਤੀ ਹੈ। ਸਤਿਗੁਰੂ ਨੇ ਕਿਹਾ ਇਸ ਦੇਹ ਦੇ ਪਿੰਜਰੇ ਵਿੱਚੋਂ ਕਦੀ ਬਾਹਰ ਵੀ ਨਿਕਲਿਆ ਕਰ, ਕਦੀ ਮਾਰਿਆ ਕਰ ਉਡਾਰੀ ਸ਼ਬਦ ਦੀ ਦੁਨੀਆ ਵਿੱਚ। ਉੱਡਣ ਦੀ ਜਾਚ ਸਿੱਖ, ਤੇਰੀ ਸੁਰਤ ਨੂੰ ਖੰਭ ਲੱਗੇ ਹੋਏ ਨੇ। ਤੂੰ ਸਾਰੀ ਜੀਵਨ ਖਾਕ ਵਿੱਚ ਬਿਤਾ ਦਿੱਤਾ ਹੈ, ਨਿਕਲਣ ਦੀ ਤੈਨੂੰ ਜਾਚ ਹੀ ਨਹੀਂ। ਜਿਨ੍ਹਾਂ ਨੇ ਤੈਨੂੰ ਕੱਢਣਾ ਵੀ ਹੈ, ਤੂੰ ਉਹਨਾਂ ਦੇ ਵੀ ਵਿਰੋਧ ਵਿੱਚ ਹੋ ਜਾਣਾ ਹੈ। ਆ ਬਾਬੇ ਨਾਨਕ ਦੀ ਗੱਲ ਆਉਂਦੀ ਨਾ, ਤੁਰਦੇ ਤੁਰਦੇ ਇੱਕ ਦਿਨ ਇੱਕ ਗੰਦੀ ਨਾਲੀ ਕੋਲ ਖਲੋ ਗਏ। ਮਰਦਾਨਾ ਥੋੜ੍ਹਾ ਜਿਹਾ ਅੱਗੇ ਸੀ, ਉਹ ਥੋੜ੍ਹਾ ਜਿਹਾ ਅੱਗੇ ਲੰਘ ਗਿਆ 200 ਫੁੱਟ।
ਤੇ ਪਿੱਛੇ ਮੁੜ ਕੇ ਵੇਖਿਆ ਵੀ ਮੇਰਾ ਬਾਬਾ ਪਿੱਛੇ ਰਹਿ ਗਿਆ। ਵਾਪਸ ਆ ਗਿਆ ਤੇ ਵੇਖਿਆ ਕੀ ਕਰ ਰਹੇ ਨੇ ਗੁਰੂ ਨਾਨਕ ਸਾਹਿਬ। ਇੱਕ ਡੱਕਾ ਲੈ ਕੇ, ਇੱਕ ਸੋਟੀ ਲੈ ਕੇ, ਇੱਕ ਤੀਲਾ ਲੈ ਕੇ ਉਸ ਗੰਦੀ ਨਾਲੀ ਵਿੱਚੋਂ ਇੱਕ ਜਿਹੜਾ ਸਾਧ ਸੰਗਤ ਕੀੜਾ ਹੈ ਉਸ ਗੰਦੀ ਨਾਲੀ ਵਿੱਚ ਬੈਠਾ ਹੈ, ਚਿੱਕੜ ਵਿੱਚ, ਬਦਬੂ ਵਿੱਚ, ਗੰਧ ਵਿੱਚ, ਉਸ ਠੂਵੇਂ ਨੂੰ ਸੋਟੀ ਲੈ ਕੇ ਬਾਹਰ ਕੱਢਦੇ ਨੇ। ਖਿਆਲ ਕਰਨ, ਜਦੋਂ ਬਾਹਰ ਕੱਢਦੇ ਨੇ, ਉਹਨੂੰ ਬਾਹਰ ਕੱਢਦੇ ਨੇ ਤੇ ਉਹ ਫਿਰ ਵਿੱਚ ਹੀ ਛਾਲ ਮਾਰ ਜਾਂਦਾ ਹੈ। ਉਹਨੂੰ ਬਾਹਰ ਕੱਢਦੇ ਨੇ, ਫਿਰ ਡਿੱਗ ਪੈਂਦਾ ਹੈ। ਤੇ ਭਾਈ ਮਰਦਾਨਾ ਨੇੜੇ ਆ ਗਏ। ਉਹਨਾਂ ਵੇਖਿਆ ਵੀ ਜਿਸ ਕੀੜੇ ਨੂੰ ਗੰਦ ਵਿੱਚੋਂ ਕੱਢਦੇ ਨੇ ਪਏ, ਅੱਗੋਂ ਡੰਗ ਵੀ ਮਾਰਦਾ ਹੈ, ਸੋਟੀ ਨੂੰ ਦੰਦੀਆਂ ਵੱਢਦਾ ਹੈ। ਤੇ ਭਾਈ ਮਰਦਾਨਾ ਜੀ ਥੋੜ੍ਹਾ ਜਿਹਾ ਆਪਣੇ ਗੁਰੂ ਨਾਲ ਹਾਸਾ ਮਖੌਲ ਵੀ ਕਰ ਲੈਂਦੇ ਸੀ। ਇਕੱਠੇ ਰਹਿੰਦੇ ਸੀ, ਮਿੱਤਰ ਸੀ ਨਾ ਦੋਵੇਂ। ਬੜੀ ਨਿਭੀ ਉਹਨਾਂ ਦੀ। ਤੇ ਤਾੜੀ ਮਾਰ ਕੇ ਹੱਸ ਪਏ, ਕਹਿਣ ਲੱਗੇ, ਵਾਹ ਬਾਬਾ, ਮੈਂ ਤੇ ਸੋਚਿਆ ਵੀ ਤੂੰ ਬੰਦਿਆਂ ਨੂੰ ਚਿੱਕੜ ਵਿੱਚੋਂ ਕੱਢਣਾ ਹੈ, ਅੱਜ ਤੂੰ ਕੀੜਿਆਂ ਨੂੰ ਵੀ ਕੱਢਣ ਲੱਗ ਪਿਆ। ਇਹਦੇ ਕੋਲੋਂ ਕੀ ਲੈਣਾ, ਇਹਦੇ ਵਿੱਚ ਹੀ ਰਹਿਣ ਦੇ। ਸੋ ਹਜ਼ੂਰ ਨੇ ਕਿਹਾ, ਮਰਦਾਨਿਆ, ਕੀੜਾ ਨਹੀਂ, ਬੰਦਾ ਹੀ ਹੈ। ਕਿਉਂ ਮਹਾਰਾਜ, ਤੇ ਕੀੜਾ ਹੈ? ਕਹਿੰਦੇ ਨਹੀਂ, ਇਹ ਅੱਜ ਦੇ ਮਨੁੱਖ ਦੀ ਸੋਚ ਹੈ ਵੀ ਅਸੀਂ ਗੰਦ ਵਿੱਚ ਹੀ ਰਹਿਣਾ ਹੈ, ਬਾਹਰ ਨਹੀਂ ਨਿਕਲਣਾ। ਇਹ ਨਾ ਛੁੱਟ ਜਾ ਸਾਡੇ ਕੋਲੋਂ, ਕਿਤੇ ਘਟੇ ਨਾ, ਕਿਤੇ ਬਾਹਰ ਨਾ ਨਿਕਲੀਏ ਇਹਦੇ ਵਿੱਚ। ਜਿਸ ਲਈ ਕੱਢਿਆ ਵੀ ਤੇ ਫਿਰ ਡਿੱਗੇ। ਤੇ ਮੈਂ ਗੱਲ ਕਰ ਰਿਹਾ ਸੀ, ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਹਉ ਬਲਿਹਾਰੀ ਤਿੰਨਾਂ ਪੰਖੀਆਂ, ਮੈਂ ਉਹਨਾਂ ਪੰਛੀਆਂ ਤੋਂ ਬਲਿਹਾਰ ਹਾਂ, ਸਦਕੇ ਜਾਣਾ। ਜੰਗਲ ਜਿਨ੍ਹਾਂ ਵਾਸ, ਜਿਨ੍ਹਾਂ ਦਾ ਜੰਗਲ ਵਰਗਾ ਵਾਸਾ ਹੈ। ਜੰਗਲ ਦਾ ਵਾਸ ਇੱਥੇ ਉਦਾਹਰਨ ਦਿੱਤੀ ਏ, ਜਿਹੜੇ ਇਸ ਭੀੜ ਦੇ ਵਿੱਚ ਰਹਿ ਕੇ ਅੰਦਰੋਂ ਜੰਗਲ ਵਿੱਚ ਰਹਿੰਦੇ ਨੇ, ਭੀੜ ਨਾਲ ਨਹੀਂ ਰਹਿੰਦੇ, ਬਾਹਰ ਰਹਿੰਦੇ ਨੇ। ਮੈਂ ਉਹਨਾਂ ਸਾਧੂਆਂ ਤੋਂ, ਉਹਨਾਂ ਰੱਬ ਦੇ ਪਿਆਰਿਆਂ ਤੋਂ ਬਲਿਹਾਰ ਹਾਂ, ਜਿਹੜੇ ਇਸ ਧਰਤੀ ਤੇ ਇਸ ਤਰ੍ਹਾਂ ਰਹਿੰਦੇ ਜਿਵੇਂ ਕੋਈ ਜੰਗਲ ਦਾ ਨਿਵਾਸੀ, ਜਿਹਨੂੰ ਕਲਗੀਆਂ ਵਾਲੇ ਨੇ ਕਿਹਾ, ਕਹਿੰਦੇ, ਰੇ ਮਨ ਐਸੋ ਕਰ ਸੰਨਿਆਸਾ, ਇਸ ਤਰ੍ਹਾਂ ਦਾ ਤੂੰ ਸੰਨਿਆਸ ਕਰ। ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਇਸ ਜੰਗਲ ਵਿੱਚ, ਇਸ ਸੰਸਾਰ ਨੂੰ ਜੰਗਲ ਸਮਝ ਲੈ। ਇਸ ਘਰ ਨੂੰ, ਸਦਨ ਦੇ ਅਰਥ ਨੇ ਘਰ, ਇਹਨੂੰ ਜੰਗਲ ਬਣਾ ਲੈ। ਆਹ ਜਿਹੜੇ ਮੈਂਬਰ ਤੇਰੇ ਦੁਆਲੇ ਫਿਰਦੇ ਨੇ, ਇਹਨਾਂ ਨੂੰ ਰੁੱਖ ਸਮਝ ਲੈ, ਵਿੱਚ ਬਹਿ ਜਾ ਇਹਨਾਂ ਦੇ ਚੁੱਪ ਕਰਕੇ। ਇਸ ਤਰ੍ਹਾਂ ਜੀਵਨ ਸਫਲ ਕਰ। ਤੇ ਬਾਬਾ ਫਰੀਦ ਸਾਹਿਬ ਕਹਿੰਦੇ, ਹਉ ਬਲਿਹਾਰੀ ਤਿੰਨਾਂ ਪੰਖੀਆਂ, ਜੰਗਲ ਜਿਨ੍ਹਾਂ ਵਾਸ, ਕੱਕਰ ਚੁਗਣ, ਖਾਣ ਨੂੰ ਚੂਰੀ ਭਾਵੇਂ ਨਹੀਂ ਮਿਲਦੀ, ਕੰਕਰ ਪੱਥਰ ਖਾ ਕੇ ਗੁਜ਼ਾਰਾ ਕਰਦੇ ਨੇ। ਉਹਨਾਂ ਨੂੰ ਕਹਿੰਦੇ ਸਬਰ ਵਿੱਚ ਜਿਉਣ ਵਾਲੇ ਲੋਕ। ਕੱਕਰ ਖਾਣ ਦਾ ਮਤਲਬ ਇਹ, ਜੋ ਮਿਲਿਆ ਉਹਨੂੰ ਪਾ ਕੇ ਸ਼ੁਕਰ ਕਰਨਾ। ਕਹਿੰਦੇ ਕੱਕਰ ਚੁਗਣ ਥਲ ਵਸਣ, ਥਲ ਵਸਣ ਜ਼ਮੀਨ ਤੇ ਨਿਵਾਸ ਹੈ, ਬਹੁਤੇ ਮਹਿਲ ਮਾੜੀਆਂ ਨਹੀਂ। ਪਰ ਕਹਿੰਦੇ ਰੱਬ ਨਾ ਛੋੜਣ ਪਾਸ, ਆਪਣੇ ਪਿਆਰੇ ਦੇ ਚਰਨ ਨਹੀਂ ਛੱਡਦੇ, ਉਹਦੇ ਨਾਲ ਰਹਿੰਦੇ ਨੇ। ਇਸੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ। ਗਏ ਨੇ ਕਿਸੇ ਗਰੀਬ ਸਿੱਖ ਕੋਲ, ਝੁੱਗੀ ਹੈ, ਸ਼ਾਮ ਦਾ ਵਕਤ ਹੈ, ਆਕਾਸ਼ ਬੱਦਲਾਂ ਨਾਲ ਭਰਿਆ, ਪਤਾ ਨਹੀਂ ਹੁਣੇ ਮੀਂਹ ਪਵੇ। ਬਾਹਰਲੇ ਪਾਸੇ ਪਿੰਡ ਦੇ ਉਹ ਝੁੱਗੀ ਹੈ ਤੇ ਪਿੰਡ ਵਿੱਚ ਮਹਿਲ ਬੜੇ ਨੇ। ਗੁਰੂ ਅਰਜਨ ਦੇਵ ਜੀ ਬਹਿ ਜਾਂਦੇ ਨੇ। ਸਿੱਖ ਨੂੰ ਚਾਅ ਚੜ੍ਹ ਗਿਆ, ਖੁਸ਼ੀ ਤਾਂ ਹੋਈ, ਪਰ ਇੱਕ ਗੱਲ ਆਈ, ਕੰਬਲ ਦੋ ਹੀ ਸਨ ਕੋਲ, ਇੱਕ ਥੱਲੇ ਵਿਛਾਉਣ ਲਈ, ਇੱਕ ਉੱਪਰ ਮੰਜਾ ਵੀ ਨਹੀਂ ਸੀ। ਉਹ ਹੀ ਕੰਬਲ ਵਿਛਾ ਦਿੱਤਾ। ਉਹਦੇ ਉੱਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬੈਠ ਗਏ ਤੇ ਕਿਤੇ ਕਿਤੇ ਮਿੱਟੀ ਵੀ ਲੱਗੀ ਹੋਈ ਉਹਨੂੰ। ਤੇ ਬੜੇ ਪਿਆਰ ਨਾਲ ਸ਼ਾਂਤ ਉਸ ਝੁੱਗੀ ਵਿੱਚ ਬੈਠ ਕੇ ਇੱਕ ਗੱਲ ਕਹਿੰਦੇ ਨੇ,
ਕਹਿੰਦੇ ਧੂੜੀ ਵਿੱਚ ਲੁੜੰਦੜੀ ਸੋਹਾਂ, ਨਾਨਕ ਤੈਂ ਸਹਿ ਨਾਲੇ। ਕੀ ਹੋਇਆ, ਮੈਂ ਜ਼ਮੀਨ ਤੇ ਬੈਠਾ, ਜਿਹਦੇ ਨਾਲ ਮੈਂ ਰਹਿਣਾ ਚਾਹੁੰਦਾ ਸੀ ਉਹਦੀ ਯਾਦ ਤੇ ਮੇਰੇ ਅੰਦਰ ਚੱਲ ਰਹੀ ਹੈ ਨਾ, ਉਹ ਤੇ ਮੇਰੇ ਕੋਲ ਹੈ। ਕੀ ਹੋਇਆ, ਪਲੰਗ ਨਹੀਂ, ਜ਼ਮੀਨ ਹੈ। ਇਹਨੂੰ ਕਹਿੰਦੇ ਬਾਬਾ ਫਰੀਦ ਸਾਹਿਬ, ਥਲ ਵਸਨ ਰੱਬ ਨਾ ਛੋੜਨ ਪਾਸ। ਉਡਾਨ ਤੇ ਭਰਨੀ ਬੰਦੇ ਨੂੰ ਭੁੱਲ ਹੀ ਗਈ ਹੈ, ਨਿਕਲਣਾ ਤੇ ਭੁੱਲ ਹੀ ਗਿਆ, ਫਸਣਾ ਹੀ ਆਉਂਦਾ। ਫਸਨ ਕੀ ਬਿਦ ਸਭ ਕੋ ਜਾਣੈ, ਛੂਟਣ ਕੀ ਬਿਦ ਕੋ। ਫਸਣ ਦੀਆਂ ਤਰੀਕੇ ਸਾਰਿਆਂ ਨੂੰ ਆਉਂਦੇ, ਫਸੀ ਦਾ ਕਿਵੇਂ ਨੇ। ਛੁੱਟਣ ਦਾ ਤਰੀਕਾ ਕਿਸੇ ਬਿਰਲੇ ਕੋਲ ਹੀ ਹੈ। ਗੱਲ ਕਰ ਰਿਹਾ ਸੀ, ਅਸੀਂ ਉਸ ਖੂਹ ਵਿੱਚ ਡਿੱਗੇ ਹੋਏ ਡੱਡੂ ਵਾਂਗ ਹਾਂ, ਜਿਹਨੂੰ ਭਗਤ ਰਵਿਦਾਸ ਜੀ ਕਹਿੰਦੇ ਨੇ, ਖੂਹ ਵਾਲੇ ਡੱਡੂ ਨੂੰ ਕਿਸੇ ਪੁੱਛਿਆ ਤੂੰ ਬਾਹਰ ਵੇਖਿਆ? ਉਹਨੇ ਕਿਹਾ ਜੀ ਬਾਹਰ ਹੁੰਦਾ ਹੀ ਨਹੀਂ ਕੁਝ। ਕਿਉਂ ਕਿਹਾ ਉਸਨੇ? ਉਹਦੀ ਮਜਬੂਰੀ ਸੀ, ਉਹ ਜੰਮੇ ਖੂਹ ਵਿੱਚ ਸੀ। ਇਸ ਲਈ ਕਹਿੰਦੇ ਇਸ ਖੂਹ ਵਿੱਚ ਸਾਡੇ ਵੱਡੇ ਜੰਮੇ ਸੀ, ਉਹ ਵੀ ਵਿੱਚ ਹੀ ਮਰ ਗਏ। ਇਹਨੂੰ ਖੂਹ ਕਿਹਾ ਗੁਰੂ ਸਾਹਿਬ। ਜਿੱਥੇ ਗ੍ਰਸਤੀ ਬਣਾਇਆ ਨਾ, ਗੁਰੂ ਸਾਹਿਬ ਨੇ ਗ੍ਰਸਤੀ ਬਣਾਇਆ, ਸਿੱਖ ਨੂੰ ਕੋਈ ਸ਼ੱਕ ਨਹੀਂ। ਉੱਥੇ ਇੱਕ ਹੋਰ ਗੱਲ ਕਹੀ ਘਰ ਵਾਸਤੇ ਧਿਆਨ ਦੇਣਾ। ਇੱਕ ਬੜਾ ਪਿਆਰਾ ਬਚਨ ਕਿਹਾ, ਕਹਿੰਦੇ ਘਰ ਘੁੰਮਣ ਵਾਣੀ ਭਾਈ। ਘੁੰਮਣ ਵਾਣੀ ਤੁਸੀਂ ਵੇਖੀ? ਘਰ ਬਾਰੇ ਕਿਹਾ ਉਹਨਾਂ ਨੇ, ਔਰ ਇਹ ਤੁਹਾਡਾ ਤਜਰਬਾ ਵੀ ਹੋਏਗਾ। ਆਪਾਂ ਸਾਰੇ ਘਰ ਵਿੱਚ ਰਹਿੰਦੇ ਹਾਂ। ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਘਰ ਚਾਹੀਦਾ ਤੇ ਜ਼ਰੂਰ, ਘਰ ਹੈ ਘੁੰਮਣ ਵਾਣੀ। ਘੁੰਮਣ ਵਾਣੀ ਕੀ ਹੈ? ਬਈ ਬੱਚੇ ਜਿਹੜੇ ਨੇ ਇੱਕ ਚੀਜ਼ ਗੱਡ ਕੇ ਨਾ, ਵਿੱਚ ਇੱਕ ਲੱਕੜ ਗੱਡ ਕੇ ਉਹ ਖੇਡਦੇ ਨੇ, ਉਹਨੂੰ ਕਹਿੰਦੇ ਘੁੰਮਣ ਵਾਣੀ ਦੀ ਖੇਡ। ਉਹ ਕੀ? ਉਹਦੇ ਦੁਆਲੇ ਦੁਆਲੇ ਘੁੰਮੀ ਜਾਣਾ, ਗੇੜਾ ਕੱਢੀ ਜਾਣਾ। ਗੁਰੂ ਸਾਹਿਬ ਕਹਿੰਦੇ ਨੇ ਸੱਜਣਾ, ਉਸ ਘੁੰਮਣ ਵਾਣੀ ਦੀ ਖੇਡ ਕਦੀ ਨਹੀਂ ਖਤਮ ਹੁੰਦੀ। ਸਾਰਾ ਦਿਨ ਘੁੰਮਦੇ ਰਹੋ। ਉੱਥੇ ਕਿਹੜਾ ਕੋਈ ਕੰਡੀਸ਼ਨ ਹੈ ਵੀ 10 ਵਾਰੀ ਘੁੰਮਣਾ ਹੈ ਕਿ 20 ਵਾਰੀ ਕਿ 30 ਵਾਰੀ? ਘੁੰਮਦੇ ਰਹੋ, ਥੱਕ ਜਾਓ ਡਿੱਗ ਪਓ, ਫਿਰ ਘੁੰਮੋ, ਫਿਰ ਥੱਕ ਜਾਓ, ਫਿਰ ਡਿੱਗ ਪਵੋ। ਕਹਿੰਦੇ ਤੇ ਤੂੰ ਵੇਖਣਾ ਹੈ ਵੀ ਕਿੰਨਾ ਕੁ ਘੁੰਮਣਾ ਹੈ। ਘੁੰਮਣਾ ਤੇ ਪੈਣਾ, ਪਰ ਫਾਲਤੂ ਨਾ ਘੁੰਮੀ। ਇਹ ਖੇਡ ਕਦੀ ਮੁੱਕਦੀ, ਖਤਮ ਨਹੀਂ ਹੁੰਦੀ। ਇਸੇ ਨੂੰ ਗੁਰੂ ਸਾਹਿਬ ਕਹਿੰਦੇ ਘਰ ਘੁੰਮਣ ਵਾਣੀ ਭਾਈ, ਪਾਪ ਪੱਥਰ ਤਰਨ ਨਾ ਜਾਈ। ਇਹ ਪਾਪਾਂ ਦੀ ਦੁਨੀਆ ਹੈ, ਇੱਥੇ ਤੂੰ ਕਦੀ ਸਮਾਂ ਨਹੀਂ ਕੱਢ ਸਕੇਗਾ। ਬਦਲਣਾ ਪਏਗਾ ਤੈਨੂੰ ਆਪਣਾ ਜੀਵਨ ਦਾ ਸਿਸਟਮ। ਇੱਥੋਂ ਕੋਈ ਨਹੀਂ ਬਚਿਆ। ਸਾਡੇ ਤੋਂ ਪਹਿਲੇ ਖੂਹ ਵਿੱਚ ਜੰਮੇ, ਉਹਨਾਂ ਨੇ ਖੂਹ ਨੂੰ ਜੀਵਨ ਮੰਨ ਲਿਆ ਤੇ ਖੂਹ ਵਿੱਚ ਮਰ ਗਏ। ਸਾਨੂੰ ਵੀ ਸਮਝਾ ਗਿਆ ਵੀ ਆਹ 4 ਦੁਆਰੀ ਜੀਵਨ ਜੇ, ਇੱਥੇ ਕਰੋ ਕੰਮ, ਇੱਥੇ ਹੀ ਰਹੋ। ਪੂਰੇ ਗੁਰੂ ਨੇ ਕੀ ਸਮਝਾਇਆ? ਕਹਿੰਦੇ ਇਹਦੇ ਵਿੱਚ ਵੀ ਰਹੋ, ਨਿਕਲਣ ਦੀ ਜਾਚ ਸਿੱਖ ਲੈ। ਕਿਵੇਂ ਨਿਕਲੀਦਾ ਤੇ ਕਿਵੇਂ ਆਈਦਾ ਹੈ, 2 ਕੰਮ ਦੱਸੇ। ਇਸ ਲਈ ਮੈਂ ਕਈ ਵਾਰੀ ਬੇਨਤੀ ਕਰਿਆ ਕਰਨਾ, ਸੰਪੂਰਨ ਕੀ ਹੈ? ਜਦੋਂ ਸਿੱਖ ਦੀਆਂ ਲਾਵਾਂ ਹੁੰਦੀਆਂ ਨੇ, ਉਹਨਾਂ ਲਾਵਾਂ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ, ਪ੍ਰਵਿਰਤੀ ਕਰਮ ਦਿਰੜਾਇਆ ਬਲਰਾਮ ਜੀਓ। ਪ੍ਰਵਿਰਤੀ, ਗ੍ਰਸਤੀ ਬਣਾਇਆ ਤੇ ਪ੍ਰਵਿਰਤੀ ਦ੍ਰਿੜ ਕਰਾਈ। ਪ੍ਰਵਿਰਤੀ ਦਾ ਮਤਲਬ ਪਰਵਿਰਤੀ, ਬਿਰਤੀ ਦੂਜਿਆਂ ਵਿੱਚ ਜਾਣੀ, ਸੰਸਾਰ ਵਿੱਚ ਜਾਣੀ, ਇਹਨੂੰ ਕਹਿੰਦੇ ਪ੍ਰਵਿਰਤੀ ਕਰਮ। ਜਿੱਥੇ ਗੁਰੂ ਗ੍ਰੰਥ ਸਾਹਿਬ ਨੇ ਪ੍ਰਵਿਰਤੀ ਕਰਮ ਦਿਰੜਾਇਆ ਨਾ, ਉੱਥੇ ਨਿਰਵਿਰਤੀ ਕਰਮ ਵੀ ਦਿਰੜਾਇਆ ਹੈ। ਬਈ ਪ੍ਰਵਿਰਤੀ ਦਾ ਮਤਲਬ ਪ੍ਰਵਿਰਤ ਕਿਵੇਂ ਹੋਣਾ, ਦੁਨੀਆ ਵਿੱਚ ਜਾਣਾ ਕਿਵੇਂ ਹੈ। ਨਿਰਵਿਰਤੀ ਦਾ ਮਤਲਬ ਉਹਦੇ ਵਿੱਚੋਂ ਨਿਕਲਣਾ ਕਿਵੇਂ ਵੇ। ਆਪਾਂ ਪ੍ਰਵਿਰਤੀ ਤੇ ਸਿੱਖ ਲਈਏ ਬਈ ਅੱਜ ਆਨੰਦ ਕਾਰਜ ਹੋਣਾ, ਲਿਆਓ ਭਾਈ ਸਾਹਿਬ ਨੂੰ, ਕਰਾਓ ਆਨੰਦ ਕਾਰਜ, ਦਿਓ ਧੱਕਾ ਇਸ ਖੂਹ ਵਿੱਚ। ਗੁਰੂ ਨੇ ਕਿਹਾ ਉਹ ਕੱਲੀਆਂ ਲਾਵਾਂ ਨਾ ਕਰਾ ਕੇ ਚਲਾ ਜੀ, ਕੱਲੀ ਪ੍ਰਵਿਰਤੀ ਨਾ ਸਿੱਖ ਕੇ ਚਲਾ ਜਾਈ। ਆ ਮੈਂ ਤੈਨੂੰ ਦੱਸਾਂ ਇਸ ਜੰਗਲ ਵਿੱਚ ਕਿਵੇਂ ਜਾਈਦਾ ਤੇ ਵਾਪਸ ਕਿਵੇਂ ਆਈਦਾ। ਪਰ ਅਸੀਂ ਤੇ ਗਏ ਸੋ ਗਏ, ਮੁੜੇ ਨਹੀਂ ਵਾਪਸ। ਜਿਉਂ ਪਏ ਇਸ ਪ੍ਰਵਿਰਤੀ ਵਿੱਚ, ਜਿਉਂ ਪਏ ਇਸ ਪ੍ਰਵਿਰਤੀ ਵਿੱਚ, ਵਾਪਸ ਮੁੜਨਾ ਹੀ ਭੁੱਲ ਗਿਆ। ਗੁਰੂ ਗ੍ਰੰਥ ਸਾਹਿਬ ਤੋਂ ਪ੍ਰਵਿਰਤੀ ਤੇ ਸਿੱਖ ਲਈਏ। ਅਸੀਂ ਇਹ ਕਹਿ ਦਿੱਤਾ, ਗੁਰੂ ਨੇ ਗ੍ਰਸਤ ਸਿਖਾਇਆ ਹੈ, ਕਿਰਤ ਕਰੋ ਜੀ, ਇਹੀ ਧਰਮ ਹੈ। ਚੰਗੀ ਗੱਲ ਹੈ,
ਕੋਈ ਸ਼ੱਕ ਨਹੀਂ, ਕਿਰਤ ਕਰਨੀ ਚਾਹੀਦੀ, ਇਹ ਧਰਮ ਹੈ। ਪਰ ਜਦੋਂ ਤੁਸੀਂ ਇਹ 3 ਸਿਧਾਂਤ ਪੜ੍ਹਦੇ ਹੋ, ਜਦੋਂ ਕਈ ਸੱਜਣ ਇਹ ਕਹਿੰਦੇ ਨਾ ਵੀ ਤੁਸੀਂ ਕਿਰਤ ਕਰੋ, ਇਹ ਧਰਮ ਹੈ, ਮੈਂ ਕਹਿੰਦਾ ਵੀ ਆਪਾਂ ਗੁਰੂ ਨਾਲ ਧੋਖਾ ਕਿਉਂ ਕਰ ਰਹੇ? ਗੁਰੂ ਨੇ ਇਕੱਲਾ ਕਿਰਤ ਥੋੜ੍ਹੀ ਕਿਹਾ ਸੀ, ਉਹਨਾਂ ਨੇ ਕਿਹਾ ਸੀ ਕੀਰਤ 3 ਚੀਜ਼ਾਂ ਦਿੱਤੀਆਂ ਸਨ। ਉਹਦੇ ਵਿੱਚ ਸਭ ਤੋਂ ਪਹਿਲਾ ਸੀ ਨਾਮ ਜਪਣਾ, ਫਿਰ ਸੀ ਵੰਡ ਛਕਣਾ, ਫਿਰ ਸੀ ਕਿਰਤ ਕਰਨੀ। ਹੁਣ ਤੀਜੇ ਨੂੰ ਤੇ ਅਸੀਂ ਪਹਿਲਾਂ ਲਾ ਦਿੱਤਾ ਵੀ ਕਿਰਤ ਕਰਨੀ ਹੀ ਸਿੱਖੀ ਹੈ। ਪਹਿਲੇ 2 ਕਿੱਧਰ ਗਏ? ਉਹ ਕਿਤੇ ਹੋਰ ਕਿਸੇ ਨੇ ਕਰਨੇ, ਉਹ ਕਿਤੇ ਨੇ ਵੰਡਣਾ ਤੇ ਨਾਮ ਜਪਣਾ। ਨਾਮ ਜਪਣਾ, ਵੰਡ ਕੇ ਛਕਣਾ, ਇਹ ਕੌਣ ਕਰੇਗਾ? ਅਜੇ ਕਿਤੇ ਹੈ। ਤੁਸੀਂ ਕਿਤੇ ਕਿਤੇ ਵੇਖੋਗੇ ਵੀ ਨਿਹੰਗ ਸਿੰਘਾਂ ਦੇ ਦਲ ਨੇ, ਚੱਕਰਵਰਤੀ ਉਹਨਾਂ ਨੂੰ ਕਹਿੰਦੇ ਨੇ, ਆਪਣੇ ਗੱਡੇ ਰੱਖਦੇ ਨੇ। ਹੁਣ ਵਿਚਾਰਿਆਂ ਕੋਲ ਟਰਾਲੀਆਂ ਆਈਆਂ, ਹੁਣੇ ਥੋੜ੍ਹਾ ਚਿਰ ਹੋਇਆ, ਉੱਤੇ ਹੀ ਉਹਨਾਂ ਨੇ ਚੁੱਲ੍ਹਾ ਚੌਂਕਾ ਲੱਦਿਆ ਹੋਇਆ, ਸਮਾਨ ਲੰਗਰ ਪਕਾਉਣ ਦਾ ਸਭ। ਤੇ ਜਦੋਂ ਕਿਤੇ ਡੇਰਾ ਲਾਉਂਦੇ ਨਾ, ਸ਼ਾਮ ਨੂੰ ਆਪਣੀ ਚੁੱਲ੍ਹ ਬਣਾ ਕੇ ਫਿਰ ਉੱਥੇ ਲਾਉਂਦੇ ਤੜਕਾ ਚੰਗੀ ਤਰ੍ਹਾਂ। ਮੇਰੇ ਖਿਆਲ ਵਿੱਚ ਕਰੋੜਪਤੀਆਂ ਦੇ ਘਰ ਵੀ ਇੰਨਾ ਵਧੀਆ ਪ੍ਰਸ਼ਾਦਾ ਨਹੀਂ ਪੱਕਦਾ ਹੋਣਾ ਜਿੰਨਾ ਉਹ ਪਕਾਉਂਦੇ ਨੇ। ਉੱਥੇ ਉਹ ਜਦੋਂ ਲੰਗਰ ਤਿਆਰ ਕਰ ਲੈਂਦੇ ਤੇ ਲੰਗਰ ਸਾਰਾ ਤਿਆਰ ਹੋ ਜਾਂਦਾ ਹੈ ਨਾ, ਤੇ ਫਿਰ ਉਹ ਆਪੋ ਆਪਣੇ ਡੱਬੇ ਭਰ ਕੇ ਨਹੀਂ ਰੱਖਦੇ ਪਹਿਲਾਂ ਵੀ ਇਹਦੇ ਵਿੱਚੋਂ ਉੱਪਰੋਂ ਆਪਾਂ ਮਲਾਈ ਲਾ ਕੇ ਰੱਖ ਲਈ ਖਾਂ ਉੱਪਰਲੀ ਆਪਣੀ ਫਰਿੱਜ ਵਿੱਚ, ਤੇ ਫਿਰ ਖੋਲ੍ਹ ਦਈਏ ਜੀ ਲੰਗਰ। ਨਹੀਂ, ਇਹ ਸਿਧਾਂਤ ਨਹੀਂ ਹੈ ਗੁਰੂ ਦਾ। ਹਜ਼ੂਰ ਨੇ ਕਿਹਾ ਲਾਲਚ ਕਰਕੇ ਖਾਏ ਔਰ ਪ੍ਰਸ਼ਾਦ ਕੋ ਨਿੰਦੇ ਸੋ ਤਨਖਾਹੀਆ ਹੈ। ਖਾਣ ਲੱਗਿਆਂ ਲਾਲਚੀ ਹੋ ਜਾਏ ਤੇ ਜੇ ਚੰਗਾ ਵੇਖ ਕੇ ਬਹੁਤਾ ਖਾ ਲੈ ਉਹ ਵੀ ਤਨਖਾਹੀਆ ਹੈ, ਤੇ ਜੇ ਥੋੜ੍ਹਾ ਜਿਹਾ ਨਮਕ ਘੱਟ ਰਹਿ ਗਿਆ ਤੇ ਉਹਦੀ ਨਿੰਦਿਆ ਕਰੇ ਉਹ ਵੀ ਤਨਖਾਹੀਆ ਹੈ। ਉੱਥੋਂ ਬਰਕਤਾਂ ਉੱਡ ਜਾਣਗੀਆਂ ਜਿੱਥੇ ਰਸੋਈ ਵਿੱਚ ਧੋਖਾਧੜੀ ਸ਼ੁਰੂ ਹੋ ਜਾਂਦੀ ਹੈ। ਗੁਰੂ ਦਾ ਹੱਥ ਨਹੀਂ ਰਹੇਗਾ, ਉੱਥੇ ਬਦਲ ਜਾਏਗਾ ਸਾਰਾ ਕੁਝ। ਤੇ ਉਹ ਜਦੋਂ ਲੰਗਰ ਤਿਆਰ ਕਰਦੇ ਨੇ, ਸਾਰਾ ਲੰਗਰ ਤਿਆਰ ਹੋ ਜਾਂਦਾ ਹੈ, ਫਿਰ ਕੋਲ ਰੱਖਿਆ ਹੁੰਦਾ ਉਹਨਾਂ ਨੇ ਇੱਕ ਨਗਾਰਾ, ਉੱਚੀ ਸਾਰੀ ਨਗਾਰਾ ਵਜਾਉਂਦੇ ਨੇ। ਨਗਾਰਾ ਵਜਾ ਕੇ ਆਵਾਜ਼ ਦਿੰਦੇ ਨੇ, ਆਓ ਬਈ ਗੁਰੂ ਕਲਗੀਆਂ ਵਾਲੇ ਦਾ ਖਾਲਸੇ ਦਾ ਲੰਗਰ ਖੁੱਲ੍ਹ ਗਿਆ, ਆਓ ਜਿਹਨੇ ਛਕਣਾ ਹੈ। ਔਰ ਉਹਨਾਂ ਦਾ ਸਿਧਾਂਤ ਹੈ ਵੀ ਭਾਵੇਂ ਉੱਥੇ ਕੋਈ ਨਾ ਹੋਵੇ, ਭਾਵੇਂ ਉਹਨਾਂ ਨੂੰ ਕਿਤੇ ਸੜਕ 'ਤੇ ਜਾ ਕੇ ਇੱਕ ਸਾਈਕਲ 'ਤੇ ਜਾਂਦਾ ਬੰਦਾ ਧੱਕੇ ਨਾਲ ਰੋਕਣਾ ਨਾ ਪਵੇ, ਉਹ ਭਾਵੇਂ ਡਰ ਜਾਏ ਵੀ ਇਹ ਖਾਲਸਾ ਨਿਹੰਗ ਸਿੰਘ ਰੋਕਣ ਲੱਗੇ ਨੇ, ਕਿਉਂਕਿ ਸਰੂਪ ਵਿਗੜ ਗਿਆ ਨਾ ਕਿਤੇ ਕਿਤੇ। ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਕਿਉਂ ਰੋਕਿਆ। ਭਾਵੇਂ ਉਹਨਾਂ ਨੂੰ ਦਿਹਾੜੀਦਾਰ ਰੋਕਣਾ ਪਏ, ਉਹਨੂੰ ਕਹਿਣਗੇ ਭਾਈ 1 ਮਿੰਟ ਵਾਸਤੇ ਆ, ਅਸੀਂ ਭੁੱਖੇ ਹਾਂ। ਉਹ ਕਹੇਗਾ ਮੈਂ ਤੁਹਾਨੂੰ ਕੀ ਖਵਾਵਾਂ? ਕਹਿੰਦੇ ਨਹੀਂ, ਪਹਿਲਾਂ ਤੂੰ ਖਾਣਾ ਹੈ ਤੇ ਬਾਅਦ ਵਿੱਚ ਅਸੀਂ ਇੱਕ ਨੂੰ ਖਵਾ ਕੇ ਖਾਣਾ ਹੈ, ਇੱਕ ਨੂੰ ਦੇ ਕੇ ਫਿਰ ਖਾਣਾ। ਵੇਖੋ ਖਾ ਫਿਰ ਉਹਨਾਂ ਦੇ ਨੇੜੇ ਕਿਤੇ ਰੋਗ ਹੈ, ਕਿਤੇ ਸੋਗ ਹੈ, ਚਿਹਰੇ ਖੁਸ਼ ਨੇ ਉਹਨਾਂ ਦੇ, ਚੜ੍ਹਦੀ ਕਲਾ। ਕੋਲੋਂ ਲੰਘਣ ਵਾਲੇ ਕਰੋੜਾਂਪਤੀ ਵੀ ਉਹਨਾਂ ਵੱਲ ਵੇਖ ਕੇ ਸਿਰ ਨੀਵਾਂ ਕਰ ਲੈਂਦੇ। ਇਹਨਾਂ ਬੰਦਿਆਂ ਕੋਲ ਕੀ ਹੈ ਜਿਨ੍ਹਾਂ ਕੋਲ ਇੰਨੀ ਬੇਪਰਵਾਹੀ ਤੇ ਕੁਛ ਜੀਵਨ ਹੈ? ਉਹ ਇਹ ਦਿੱਤੇ ਸਨ ਸਿਧਾਂਤ। ਅਸੀਂ ਕਿਹਾ ਵੀ ਕਿਰਤ ਕਰਨਾ ਹੀ ਸਿੱਖੀਏ, ਤੇ ਜੋ ਕੁਝ ਕਿਰਤ ਕਰਕੇ ਆਇਆ ਉਹਨੂੰ ਦੱਬੀ ਜਾਓ, ਉਸ ਨੂੰ ਦੱਬੀ ਜਾਓ। ਗੁਰੂ ਦਾ 10ਵਾਂ ਹਿੱਸਾ ਵੀ ਖਾ ਜਾਓ ਕੱਢ ਕੇ ਵਿੱਚੋਂ, ਉਹ ਵੀ ਕਦੀ ਨਾ ਦਿਓ। ਤੇ ਨਾਮ ਜਪਣਾ ਤੇ ਗੱਲ ਹੀ ਦੂਰ ਦੀ ਹੈ। ਇਸ ਲਈ ਸਿੱਖੀ ਸ਼ੁਰੂ ਹੁੰਦੀ ਹੈ ਨਾਮ ਤੋਂ। ਸਿੱਖ ਦੇ ਗੁਰੂ ਦੀ ਸ਼ੁਰੂਆਤ ਹੁੰਦੀ ਹੈ ਜਪ ਤੋਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿੱਥੋਂ ਸ਼ੁਰੂ ਹੁੰਦੀ ਹੈ? ਸਭ ਤੋਂ ਪਹਿਲਾਂ ਕਿਹੜੀ ਬਾਣੀ? ਜਪ। ਗੁਰੂ ਦੀ ਆਰੰਭਤਾ ਵੀ ਜਪ ਤੋਂ, ਤੇ ਸਿੱਖ ਦੀ ਆਰੰਭਤਾ ਵੀ ਜਪ ਤੋਂ। ਨਾਮ ਜਪਣਾ, ਫਿਰ ਵੰਡ ਛਕਣਾ। ਤੇ ਉਹਦੇ ਤੋਂ ਅੱਗੇ ਇੱਕ ਸ਼ਬਦ ਕਿਹਾ ਗਿਆ ਸੀ ਵੀ ਧਰਮ ਦੀ ਕਿਰਤ ਕਰਨੀ। ਧਰਮ ਵੱਢ ਦਿੱਤਾ ਸੀ ਵਿੱਚੋਂ, ਕੱਲੀ ਕਿਰਤ ਲਾ ਦਿੱਤੀ। ਤੇ ਨਹੀਂ ਨਾ ਮਿਲੇਗਾ, ਕਿਤਾਬਾਂ ਵਿੱਚੋਂ ਵੀ ਕੱਢ ਦਿੱਤਾ ਹੈ। ਪੋਥੀਆਂ ਵਿੱਚ ਕੋਈ ਨਹੀਂ ਲਿਖਿਆ ਹੋਇਆ ਧਰਮ ਦੀ ਕਿਰਤ, ਉੱਥੇ ਕੱਲਾ ਲਿਖਿਆ ਕਿਰਤ ਕਰਨੀ। ਗਲਤ ਹੈ। ਕਿਰਤ ਨਹੀਂ ਪ੍ਰਵਾਨ ਗੁਰੂ ਨੂੰ ਕੱਲੀ, ਉਹਦੇ ਅੱਗੇ ਧਰਮ ਆਉਣਾ ਚਾਹੀਦਾ। ਧਰਮ ਦਾ ਅਨੁਸਾਰ ਇਮਾਨਦਾਰੀ ਨਾਲ ਕੰਮ ਕਰਨਾ। ਤਾਂ ਇਹ ਚੀਜ਼ਾਂ ਬਖਸ਼ਿਸ਼ ਕੀਤੀਆਂ
ਤੇ ਬੇਨਤੀ ਸਾਂਝੀ ਕਰ ਰਿਹਾ ਸੀ। ਗੁਰੂ ਸਾਹਿਬ ਨੇ ਸਾਨੂੰ ਉਸ ਖੂਹ ਵਿੱਚੋਂ ਕੱਢਣ ਦਾ ਯਤਨ ਕੀਤਾ ਤੇ ਭਗਤ ਰਵਿਦਾਸ ਜੀ ਕਹਿੰਦੇ, ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ। ਜਿਵੇਂ ਡੱਡੂ ਖੂਹ ਵਿੱਚ ਡਿੱਗੇ ਪਏ ਨੇ, ਉੱਥੇ ਜੰਮਦੇ ਉਹਨੂੰ ਜੀਵਨ ਸਮਝ ਲੈਂਦੇ ਨੇ। ਮੇਰਾ ਮਨ ਇਸ ਤਰ੍ਹਾਂ ਵਿਕਾਰਾਂ ਦੇ ਖੂਹ ਵਿੱਚ ਡਿੱਗਿਆ ਹੋਇਆ। ਕੂਪ, ਕੂਪ ਦਾ ਅਰਥ ਹੈ ਖੂਹ, ਭਰਿਓ ਦਾ ਅਰਥ ਹੈ ਪਿਆ ਹੋਣਾ। ਜੈਸੇ ਦਾਦਰਾ, ਦਾਦਰ ਕਹਿੰਦੇ ਡੱਡੂ ਨੂੰ। ਕਛ ਆਰਾ ਪਾਰ ਨਾ ਸੂਝ, ਕੋਈ ਪਤਾ ਨਹੀਂ ਲੱਗਦਾ ਖੂਹ ਤੋਂ ਬਾਹਰ ਵੀ ਕੁਝ ਹੈ। ਕਹਿੰਦੇ ਤੈਸੇ ਮੇਰਾ ਮਨ ਵਿਖਿਆ ਬਿਮੋਹਿਆ, ਇਸ ਤਰ੍ਹਾਂ ਮੇਰਾ ਮਨ ਵਿਕਾਰਾਂ ਦੇ ਮੋਹ ਵਿੱਚ ਪਿਆ ਹੋਇਆ। ਕਛ ਆਰਾ ਪਾਰ ਨਾ ਸੂਝ। ਫਿਰ ਉੱਥੇ ਬੇਨਤੀ ਕਰਦੇ ਕਹਿੰਦੇ, ਸਗਲ ਭਵਨ ਕੇ ਨਾਇਕਾ, ਇੱਕ ਛਿਨ ਦਰਸ਼ ਦਿਖਾਏ ਜੀ। ਇਸ ਸ਼ਬਦ ਦੀ ਰਹਾਉ ਵਾਲੀ ਤੁਕ ਹੈ। ਸ਼ਬਦ ਵੈਸੇ ਰਹਾਉ ਤੋਂ ਸ਼ੁਰੂ ਹੁੰਦਾ ਹੈ। ਅਰਦਾਸ ਇਹਦੇ ਵਿੱਚ ਕੀਤੀ ਗਈ ਹੈ ਵੀ ਹੇ ਸਗਲ ਭਵਨ ਕੇ ਨਾਇਕਾ, ਮੈਨੂੰ ਇੱਕ ਪਲ ਲਈ ਦਰਸ਼ ਤੇ ਦਿਖਾ ਦੇ, ਆਪਣਾ ਚਿਹਰਾ ਦਿਖਾ। ਜਦੋਂ ਇਹ ਅਰਦਾਸ ਕੀਤੀ ਨਾ ਤੇ ਅੱਗੋਂ ਜਵਾਬ ਮਿਲਿਆ, ਦਰਸ਼ਨ ਤੈਨੂੰ ਕੀ ਦਿਆਂ, ਤੂੰ ਤੇ ਖੂਹ ਵਿੱਚ ਡਿੱਗਾ ਪਿਆ। ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ। ਉੱਥੇ ਫਸਿਆ। ਤੇ ਭਗਤ ਕਿਹੜੇ ਘੱਟ ਸਿਆਣੇ ਸਨ ਰੱਬ ਨਾਲੋਂ। ਉਹਨਾਂ ਨੇ ਕਿਹਾ, ਅਸੀਂ ਤੇ ਆ ਇੱਕ ਭਵਨ ਦੇ ਵਾਸੀ। ਇੱਕ ਭਵਨ ਦਾ ਮਤਲਬ ਅਸੀਂ ਰਹਿੰਦੇ ਹਾਂ ਮਾਇਆ ਵਿੱਚ, ਇਕੱਲੀ ਵਿੱਚ। ਪਰ ਤੂੰ ਸਗਲ ਭਵਨ ਦਾ ਵਾਸੀ ਹੈ। ਭਵਨ ਦਾ ਮਤਲਬ ਤੂੰ ਮਾਇਆ ਵਿੱਚ ਵੀ ਰਹਿਣਾ ਹੈ ਤੇ ਉੱਚੇ ਥਾਂ ਤੇ ਵੀ ਹੈ। ਹੁਣ ਇਹ ਜ਼ਿੰਮੇਵਾਰੀ ਤੇਰੀ ਬਣ ਗਈ ਨਾ ਵੀ ਤੂੰ ਇੱਥੇ ਵੀ ਰਹਿਣਾ ਤੇ ਉੱਥੇ ਵੀ ਹੈ, ਦੋਵਾਂ ਥਾਵਾਂ ਤੇ। ਅਸੀਂ ਤੇ ਫਸੇ ਹੋਏ ਹਾਂ। ਅਸੀਂ ਫਸੇ ਹਾਂ, ਤੂੰ ਕੱਢ ਸਕਣਾ ਤੇ ਜ਼ਿੰਮੇਵਾਰੀ ਕਿਹਦੀ ਹੋਈ ਕੱਢਣ ਦੀ? ਫਿਰ ਸਾਡੀ ਜ਼ਿੰਮੇਵਾਰੀ, ਸਾਡੇ ਵਿੱਚ ਤਾਕਤ ਹੁੰਦੀ ਤੇ ਅਸੀਂ ਕਰ ਦਿੰਦੇ ਕੁਝ ਨਾ ਕੁਝ। ਸਾਡੇ ਕੋਲ ਤੇ ਹੈ ਹੀ ਕੱਖ ਨਹੀਂ, ਨਿਕਲ ਨਹੀਂ ਸਕਦੇ। ਕਿਉਂਕਿ ਕਿਸੇ ਨੇ ਕਹਾਣੀ ਲਿਖੀ, ਉਹ ਕਹਿੰਦਾ ਵੀ ਬੰਦਾ ਬਣਾ ਦਿੱਤਾ ਨਾ ਜਦੋਂ ਰੱਬ ਨੇ, ਤੇ ਬਣਾ ਕੇ ਉਹਨੂੰ ਟੈਸਟ ਕੀਤਾ ਤੇ ਘਬਰਾ ਗਿਆ। ਇੱਕ ਕਹਾਣੀ ਹੈ ਵੀ ਇਹ ਬਲਾ ਮੈਂ ਕੀ ਪੈਦਾ ਕਰ ਲਿਆ। ਕਿਉਂ? ਚਲਾਕ ਹੀ ਬੜਾ ਹੈ। ਹੁਣ ਆ ਵੇਖੋ, ਘੱਟ ਚਲਾਕੀ ਰੱਬ ਨੂੰ ਪਾਸੇ ਵਕੀਲੀ ਵਿੱਚ ਹਰਾ ਦੇਣਾ ਬਈ ਮੈਂ ਖੂਹ ਵਿੱਚ ਰਹਿਣਾ ਤੇ ਕੱਢਣਾ ਤੂੰ, ਹੁਣ ਮੈਂ ਥੋੜ੍ਹੀ ਨਿਕਲਣਾ ਵਿੱਚੋਂ, ਕੰਮ ਤੁਹਾਡਾ ਹੈ। ਇਸ ਕਰਕੇ ਸਗਲ ਭਵਨ ਕੇ ਨਾਇਕਾ, ਤੂੰ ਖੂਹ ਵਿੱਚ ਵੀ ਰਹਿਣਾ ਤੇ ਤੂੰ ਖੂਹ ਤੋਂ ਬਾਹਰ ਵੀ ਹੈ। ਇਸ ਕਰਕੇ ਤੂੰ ਹੀ ਸਾਨੂੰ ਕੱਢ ਸਕਣਾ, ਅਸੀਂ ਆਪ ਨਹੀਂ ਨਿਕਲ ਸਕਦੇ। ਫਿਰ ਕਹਿੰਦੇ, ਮਲਨ ਭਈ ਮਤ ਮਾਦਵਾ, ਤੇਰੀ ਗਤ ਲਖੀ ਨਾ ਜਾਏ। ਸਾਡੀ ਮਤ ਮੈਲੀ ਹੈ। ਲਖੀ ਦਾ ਅਰਥ ਵੇਖਣਾ, ਤੈਨੂੰ ਵੇਖਿਆ ਨਹੀਂ ਜਾ ਸਕਦਾ। ਫਿਰ ਕਹਿੰਦੇ, ਜੋਗੀ ਸਰ ਪਾਵੈ ਨਹੀਂ ਤਉ ਗੁਣ ਕਥਨ ਅਪਾਰ, ਪ੍ਰੇਮ ਭਗਤ ਕੇ ਕਾਰਨੇ ਕਹਿ ਰਵਿਦਾਸ ਚਮਾਰ। ਤੇਰੇ ਗੁਣ ਜੋਗੀਆਂ ਤੋਂ ਵੀ ਨਹੀਂ ਪਾਏ ਗਏ, ਜਿਹੜੇ ਜੁੜੇ ਹੋਏ ਸਨ ਉਹਨਾਂ ਤੋਂ ਵੀ ਕਹਿ ਨਹੀਂ ਗਏ। ਅੱਜ ਦੇ ਇਸ ਸ਼ਬਦ ਵਿੱਚ ਕਲਗੀਆਂ ਵਾਲੇ ਅਰਦਾਸ ਕਰਦੇ ਨੇ ਚੌਪਈ ਸਾਹਿਬ ਵਿੱਚ, ਕਹਿੰਦੇ, ਆਪ ਹਾਥ ਦੇ ਮੁਝੇ ਉਬਰੀਐ। ਅਸੀਂ ਇੱਥੇ ਫਸੇ ਹੋਏ ਹਾਂ, ਤੁਸੀਂ ਕੱਢ ਸਕਦੇ ਹੋ। ਹੁਣ ਤੁਸੀਂ ਸਾਨੂੰ ਖਿੱਚ ਕੇ ਬਾਹਰ ਕੱਢੋ, ਹੱਥ ਦੇ ਕੇ ਬਚਾ ਲਓ। ਮਰਨ ਕਾਲ ਕਾ ਤਰਾਸ ਨਵਰੀਐ, ਮੇਰੇ ਮਨ ਵਿੱਚੋਂ ਮੌਤ ਦਾ ਡਰ ਕੱਢ ਦਿਓ। ਮੌਤ ਦੇ ਭੈ ਤੋਂ ਪਾਰ ਲੈ ਕੇ ਚਲੇ। ਨਵਰੀਆ ਦਾ ਅਰਥ ਹੈ ਨਿਵਾਰ ਦੇਣਾ, ਖਤਮ ਕਰ ਦੇਣਾ। ਮਰਨ ਕਾਲ, ਮੌਤ ਦਾ ਡਰ। ਫਿਰ ਕਹਿੰਦੇ, ਹੂ ਜੋ ਸਦਾ ਹਮਾਰੇ ਪੱਛਾ। ਪੱਛਾ ਦਾ ਅਰਥ ਹੈ ਪਿੱਛੇ ਹੋਣਾ। ਪੱਛਾ ਦਾ ਅਰਥ ਹੈ ਹਮਾਇਤੀ ਹੋਣਾ, ਹੱਥ ਦੇ ਦੇਣਾ, ਸਿਰ ਤੇ ਰਹਿਣਾ। ਤੁਸੀਂ ਤਾਂ ਮੇਰੇ ਸਿਰ ਤੇ ਹੀ ਹੋ। ਇਸ ਕਰਕੇ ਸ੍ਰੀ ਅਸ ਤੁਜ ਜੂ ਕਰੀਓ ਰੱਛਾ। ਸ੍ਰੀ ਸਤਿਕਾਰਵਾਚਕ, ਲక్ష్ਮੀ ਦੇ ਪਤੀ, ਅਕਾਲ ਪੁਰਖ ਵਾਹਿਗੁਰੂ। ਇੱਥੇ ਲక్ష్ਮੀ ਦੇ ਪਤੀ ਦਾ ਅਰਥ ਕੋਈ ਬ੍ਰਹਮਾ ਜਾਂ ਹੋਰ ਦੇਵਤਾ ਵਿਸ਼ਨੂੰ ਨਹੀਂ, ਇੱਕ ਅਕਾਲ ਦੀ ਗੱਲ ਕੀਤੀ। ਅਸ ਤੁਜ, ਅਸ ਤੁਜ ਦਾ ਅਰਥ ਹੈ, ਅਸ ਦਾ ਅਰਥ ਹੈ ਕਿਰਪਾਨ।
ਧੁਜ ਦਾ ਅਰਥ ਹੈ ਝੰਡਾ। ਹੇ ਅਸਤੁਜ ਜੀ, ਹੇ ਸ਼ਕਤੀਸ਼ਾਲੀ, ਹੇ ਕਿਰਪਾਨ ਵਾਲੇ, ਇਹਦੇ ਅਰਥ ਇਹ ਬਣਦੇ ਨੇ, ਤੇਰੇ ਵਿੱਚ ਸ਼ਕਤੀ ਹੈ, ਤੇਰੇ ਝੰਡੇ ਤੇ ਕਿਰਪਾਨ ਛਪੀ ਹੋਈ ਹੈ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਅਸ ਤੁਜ ਜੂ ਕਰਿਓ ਰੱਛਾ, ਮੇਰੀ ਤੁਸੀਂ ਰੱਖਿਆ ਕਰਨੀ, ਮੇਰੇ ਤੇ ਕਿਰਪਾ ਕਰਨੀ। ਰਾਖ ਲਿਓ ਮੋਹਿ ਰਾਖਣ ਹਾਰੇ, ਰੱਖਣ ਹਾਰੇ ਇਹਦਾ ਮਤਲਬ ਹੈ ਵੀ ਤੁਸੀਂ ਰੱਖਣ ਹਾਰੇ ਹੋ, ਯਾਨੀ ਕਿ ਰੱਖ ਸਕਦੇ ਹੋ। ਇੱਕ ਬੰਦਾ ਹੁਣ ਇੱਕ ਮਿੱਤਰ ਕਿਤੇ ਫਸ ਗਿਆ ਤੇ ਦੂਜਾ ਉਹਨੂੰ ਬਚਾਉਣਾ ਚਾਹੁੰਦਾ ਹੈ, ਉਹ ਕਹਿੰਦਾ ਚਾਹੁੰਦਾ ਤੇ ਹੈ ਆ ਬਚਾਉਣਾ, ਪਰ ਮੇਰੇ ਬਾਹਾਂ ਵਿੱਚ ਬਲ ਹੀ ਨਹੀਂ ਤੈਨੂੰ ਬਚਾਵਾਂ, ਕਿਵੇਂ ਬਚਾਵਾਂ ਤੈਨੂੰ। ਹਜ਼ੂਰ ਕਹਿੰਦੇ ਤੂੰ ਬਚਾ ਸਕਣਾ, ਤੇਰੀਆਂ ਬਾਹਾਂ ਵਿੱਚ ਬਲ ਹੈ। ਆ ਬੜਾ ਪਿਆਰਾ ਇੱਕ ਘਟਨਾ ਆਉਂਦੀ ਹੈ ਨਾ, ਕਿ ਇੱਕ ਵਿਅਕਤੀ ਮੁਸੀਬਤ ਵਿੱਚ ਫਸਿਆ ਹੋਇਆ, ਜ਼ਿੰਦਗੀ ਦੀ ਆਸ ਮੁੱਕ ਗਈ, ਉਹਦੇ ਨਾਲ ਹੋਰ ਵੀ 10-15 ਲੋਕ ਉਸ ਜਹਾਜ਼ ਵਿੱਚ ਸਫ਼ਰ ਕਰ ਰਹੇ ਸਨ। ਉਹ ਵੀ ਬੈਠਾ ਤੇ ਜਹਾਜ਼ ਚਲਾਉਣ ਵਾਲੇ ਨੇ ਖਬਰ ਦੇ ਦਿੱਤੀ ਵੀ ਇਸ ਜਹਾਜ਼ ਦਾ ਕੋਈ ਪਤਾ ਨਹੀਂ ਕਿੱਥੇ ਇਹ ਡੁੱਬ ਜਾਏ, ਕਿੱਥੇ ਇਹ ਖਤਮ ਹੋ ਜਾਏ। ਤੇ ਸਾਰੇ ਆਰਾਮ ਕਰ ਰਹੇ ਸਨ, ਸਾਰੇ ਐਸ਼ ਕਰ ਰਹੇ ਸਨ। ਮੈਂ ਪਹਿਲਾਂ ਸ਼ੁਰੂ ਵਿੱਚ ਕਿਹਾ ਸੀ ਨਾ ਵੀ ਮੌਤ ਹੈ ਜਿਹੜੀ ਅਰਦਾਸ ਕਰਾਉਂਦੀ ਹੈ, ਹੋਰ ਕੋਈ ਨਹੀਂ। ਬਸ ਪਾਇਲਟ ਨੇ ਕਿਹਾ ਨਹੀਂ ਤੇ ਅਰਦਾਸਾਂ ਸ਼ੁਰੂ ਹੋਈਆਂ ਨੇ, ਸਭ ਨੇ ਅਰਦਾਸਾਂ ਸ਼ੁਰੂ ਹੋ ਗਈਆਂ। ਤੁਸੀਂ ਵੇਖਣਾ ਕਦੀ ਹਵਾਈ ਸਫ਼ਰ ਦੇ ਵਿੱਚ ਬਈ ਉੱਥੇ ਤੁਹਾਨੂੰ ਪਤਾ ਹੈ ਵੀ ਮਾਇਆ ਨਗਰੀ ਹੈ, ਐਸ਼ ਪ੍ਰਸਤੀ ਉਹਨਾਂ ਜਹਾਜ਼ਾਂ ਦੇ ਵਿੱਚ। ਲੋਕ ਮਾਇਆ ਦੇ ਸਹਾਰੇ ਤੇ ਐਸ਼ ਕਰਨ ਵਾਸਤੇ ਜਾਂਦੇ ਜਾਂ ਵੈਸੇ ਵੀ ਸਫ਼ਰ ਕਰਦੇ, ਤੇ ਜੇ ਕਿਤੇ ਰਾਹ ਵਿੱਚ ਪਾਇਲਟ ਬੋਲਦਾ ਨਾ ਵੀ ਅੱਗੇ ਮੌਸਮ ਬੜਾ ਖਰਾਬ ਹੈ, ਤੁਸੀਂ ਆਪਣੀਆਂ ਬੈਲਟਾਂ ਬੰਨ੍ਹ ਲਓ, ਤੇ ਕਈ ਵਾਰੀ ਉਹ ਇੰਨਾ ਖਰਾਬ ਹੁੰਦਾ ਵੀ ਕਿਸੇ ਨੇ ਵੇਖਿਆ ਨਹੀਂ ਹੁੰਦਾ ਵੀ ਜਹਾਜ਼ ਵੀ ਇੰਨਾ ਹਿੱਲਦਾ ਹੈ। ਜਿਵੇਂ ਚਿੜੀਆਂ ਤੇ ਕਾਂ ਉਡਾਣਾ ਭਰਦੀਆਂ, ਕਦੀ ਨੀਵਾਂ ਕਦੀ ਉੱਚਾ। ਉਹ ਸਾਰੀਆਂ ਐਸ਼ ਖੜਮਸਤੀਆਂ ਵਿੱਚ ਹੀ ਭੁੱਲ ਗਏ, ਸਭ ਚੁੱਪ, ਸਾਈਲੈਂਟ, ਸ਼ਾਂਤ ਹੋ ਗਏ ਸਾਰੇ। ਕਿਉਂ? ਇਹ ਮੌਤ ਦਾ ਡਰ ਨੇੜੇ ਆ ਗਿਆ, ਮਰਨ ਕਰਕੇ ਸਭ ਹੋਇਆ, ਮੌਤ ਤੋਂ ਘਬਰਾ ਕੇ ਨਹੀਂ ਤੇ ਨਹੀਂ। ਇਸੇ ਤਰ੍ਹਾਂ ਇਸ ਜਹਾਜ਼ ਵਿੱਚ ਇੱਕ ਸਨਾਟਾ ਛਾ ਗਿਆ, ਸਮੁੰਦਰ ਸੀ, ਡੁੱਬ ਸਕਦੇ ਸਨ। ਸਾਰਿਆਂ ਨੇ ਆਪੋ ਆਪਣੀ ਅਰਦਾਸ ਕੀਤੀ, ਜਿਹਨੂੰ ਕੋਈ ਮੰਨਦਾ ਸੀ, ਪਰ ਜਿਹਦਾ ਹੱਥ ਪਵੇ ਉਹ ਹੀ ਕੱਢੇ ਨਾ, ਦੂਸਰਾ ਕੀ ਕਰੇ। ਇਸੇ ਦੌਰਾਨ ਇੱਕ ਸਿੱਖ ਹੈ ਗੁਰੂ ਨਾਨਕ ਦਾ, ਜਿਹਨੇ ਕਦੀ ਗੁਰੂ ਤੇਗ ਬਹਾਦਰ ਨੂੰ ਵੇਖਿਆ ਵੀ ਨਹੀਂ, ਜਾਣਦਾ ਹੈ ਗੁਰੂ ਨਾਨਕ ਨੂੰ, ਜਾਣਦਾ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ, ਜਾਣਦਾ ਹੈ। ਅੰਦਰੋਂ ਜਦੋਂ ਮੌਤ ਦਿਸੀ ਨਾ ਤੇ ਇਕਾਗਰਤਾ ਹੋ ਗਈ, ਇਕਾਗਰਤਾ ਵਿੱਚੋਂ ਅਰਦਾਸ ਨਿਕਲੀ। ਅਰਦਾਸ ਇੱਕ ਸੀ, ਕਿਰਪਾ ਕਰਨੀ, ਜੇ ਤੁਸੀਂ ਬਚਾ ਲਿਆ ਮੈਂ ਤੁਹਾਡੇ ਦਰਸ਼ਨ ਦੀਦਾਰ ਜ਼ਰੂਰ ਕਰਾਂਗਾ, 500 ਮੋਹਰ ਦੇਵਾਂਗਾ। ਉਸ ਵੇਲੇ ਗੁਰਤਾ ਗੱਦੀ ਮਿਲੀ ਹੋਈ ਸੀ ਗੁਰੂ ਤੇਗ ਬਹਾਦਰ ਸਾਹਿਬ ਨੂੰ, ਪਰ ਪਤਾ ਨਹੀਂ ਸੀ ਕਿਸੇ ਨੂੰ। ਗੁਰੂ ਤੇਗ ਬਹਾਦਰ ਸਾਹਿਬ ਅਜੇ ਕਮਰੇ ਵਿੱਚ ਹੀ, ਬਾਹਰ ਪ੍ਰਗਟ ਨਹੀਂ ਸੀ ਹੋਏ। ਕਿਸੇ ਤਰ੍ਹਾਂ ਗੁਰੂ ਨੇ ਕਿਰਪਾ ਕੀਤੀ, ਜਹਾਜ਼ ਬੰਨੇ ਲੱਗ ਗਿਆ, ਸਾਰੇ ਉੱਤਰ ਸ਼ੁਕਰਾਨਾ ਕੀਤਾ। ਬਾਕੀਆਂ ਦਿਆਂ ਨੇ ਤੇ ਪੁੱਛਿਆ ਵੀ ਨਹੀਂ ਵੀ ਉਹ ਤੇਰਾ ਕੌਣ ਹੈ ਗੁਰੂ ਨਾਨਕ, ਜਿਹਦੇ ਤੂੰ ਅਰਦਾਸ ਕੀਤੀ ਸੀ। ਜਦੋਂ ਉਤਰ ਗਏ ਨਾ ਥੱਲੇ, ਪਾਰ ਲੱਗ ਗਿਆ, ਫਿਰ ਉਹਨਾਂ ਨੇ ਕਿਹਾ ਜੀ ਛੱਡੋ, ਇਹ ਤਾਂ ਆਪੇ ਲੱਗ ਹੀ ਜਾਣਾ ਸੀ, ਕਿੱਥੇ ਆਪਾਂ ਕਹਿ ਬੈਠੇ। ਇਹ ਹੋ ਜਾਂਦਾ ਹੈ, ਬੰਦਾ ਸੁੱਖ ਲੈਂਦਾ ਪਹਿਲਾਂ। ਵੈਸੇ ਮੈਂ ਸੁੱਖ ਸ਼ਬਦ ਕਹਿ ਲਿਆ ਵੀ ਹੁਣ ਮਾਡਰਨ ਜਿਹਾ ਹੋ ਗਿਆ ਸਿੱਖ, ਇਹਦੇ ਤੋਂ ਨਫ਼ਰਤ ਕਰਦੇ, ਕਹਿ ਦਿੰਦੇ ਨੇ। ਕਹਿੰਦੇ ਨੇ ਕੋਈ ਬੰਦਾ ਖਜੂਰ ਤੇ ਚੜ੍ਹਿਆ ਸੀ, ਖਜੂਰ ਬੜੀ ਉੱਚੀ ਸੀ ਤੇ ਖਜੂਰਾਂ ਬੜੀਆਂ ਸੋਹਣੀਆਂ ਲੱਗੀਆਂ ਸਨ ਚਮਕੇ। ਜਦੋਂ ਚੜ੍ਹਿਆ ਉਦੋਂ ਤੇ ਖਜੂਰਾਂ ਵੱਲ ਧਿਆਨ ਸੀ, ਥੱਲੇ ਨਾ ਵੇਖਿਆ, ਚੜ੍ਹਦਾ ਹੀ ਗਿਆ, ਚੜ੍ਹਦਾ ਹੀ ਗਿਆ, 50 ਫੁੱਟ ਚੜ੍ਹ ਗਿਆ। ਤੇ ਚੜ੍ਹਿਆ ਨਹੀਂ ਸੀ ਕਦੀ ਆਪਣੇ ਵਾਲੇ ਕੋਠੇ ਤੇ ਵੀ,
50 ਫੁੱਟ ਜਦੋਂ ਲਾਲਚ ਵਿੱਚ ਚੜ ਗਿਆ ਤੇ ਥੱਲੇ ਝਾਤੀ ਮਾਰੀ, ਉਹ ਹੋਏ ਨਹੀਂ ਜ਼ਮੀਨ ਦੂਰ, ਘਬਰਾ ਗਿਆ, ਪਸੀਨੇ ਆ ਗਏ। ਉਹ ਮਸੀਤ ਜਾਂਦਾ ਸੀ, ਉਹਨੇ ਕਿਹਾ ਜੀ ਜੇ ਮੈਂ ਬਚ ਗਿਆ ਡਿੱਗਣੋਂ, ਜੇ 100 ਖਜੂਰਾਂ ਲਾਵਾਂਗਾ ਤੇ 90 ਮਸੀਤ ਵਿੱਚ ਦਿਆਂਗਾ, 10 ਕੋਲ ਰੱਖਾਂਗਾ। ਥੱਲੇ ਉਤਰਦਾ ਗਿਆ, ਖੁਦਾ ਖੁਦਾ ਕਰਦਾ। ਜਦੋਂ 10 ਕੁ ਫੁੱਟ ਥੱਲੇ ਆਇਆ ਨਾ, ਮਨ ਵਿੱਚ ਖਿਆਲ ਆਇਆ ਵੀ ਐਵੇਂ ਹੀ ਕਹਿ ਬੈਠੇ, ਉੱਤਰ ਤੇ ਜਾਣਾ ਹੀ ਸੀ ਆਪਾਂ, ਇਹ ਰੱਬ ਨਾਲ ਐਵੇਂ ਹੀ ਇਕਰਾਰ ਕਰ ਬੈਠੇ, ਕੀ ਲੋੜ ਸੀ? ਉੱਤਰ ਮੈਂ ਰਿਹਾ, ਖਜੂਰਾਂ ਰੱਬ ਨੂੰ, ਇਹ ਕੀ ਗੱਲ? ਕਹਿੰਦਾ ਚੱਲ ਭੁਲੇਖਾ ਲੱਗ ਗਿਆ, 80 ਦਿਆਂਗਾ, 20 ਰੱਖਾਂਗਾ। 10 ਫੁੱਟ ਉੱਤਰ ਆਇਆ। ਜਿਉਂ-ਜਿਉਂ ਥੱਲੇ ਆਉਂਦਾ ਗਿਆ, ਖਜੂਰਾਂ ਘਟਦੀਆਂ ਗਈਆਂ, ਤੇ ਜਦੋਂ 10 ਕੁ ਫੁੱਟ ਜ਼ਮੀਨ ਤੋਂ ਰਹਿ ਗਿਆ ਨਾ, ਫਿਰ ਤੇ ਤਗੜਾ ਹੋ ਗਿਆ। ਖਜੂਰਾਂ 100 ਤੋੜ ਕੇ ਲਿਆ ਰਿਹਾ ਸੀ। ਜਦੋਂ 10 ਕੁ ਫੁੱਟ ਰਹਿ ਗਿਆ ਤੇ ਉਸ ਵੇਲੇ ਕਹਿੰਦਾ ਵੀ ਰੱਬ ਦਾ ਕਿਹੜਾ ਜ਼ੋਰ ਲੱਗਾ, ਲੱਤਾਂ ਤੇ ਮੇਰੀਆਂ ਚਲੀਆਂ ਗਈਆਂ ਨੇ, ਉਹਨੂੰ ਕਾਹਦੀਆਂ ਖਜੂਰਾਂ, ਇੱਕ ਵੀ ਨਹੀਂ ਦੇਣੀ। ਇੰਨੀ ਕਹਿਣ ਦੀ ਦੇਰ ਸੀ, ਪੈਰ ਤਿਸਲ ਗਏ, ਜ਼ਮੀਨ ਤੇ ਡਿੱਗ ਪਿਆ, ਲੱਤ ਟੁੱਟ ਗਈ, ਖਜੂਰਾਂ ਖਿੱਲਰ ਗਈਆਂ। ਪਰ ਅਜੇ ਵੀ ਮੈਂ ਸ਼ੁਰੂ ਵਿੱਚ ਕਿਹਾ ਸੀ ਬੰਦਾ ਚਲਾਕ ਬੜਾ ਹੈ, ਕਿਸੇ ਪਾਸਿਓਂ ਘੇਰਿਆ ਨਹੀਂ ਜਾਂਦਾ। ਜਦੋਂ ਡਿੱਗਾ ਨਾ, ਲੱਤ ਟੁੱਟ ਗਈ, ਖਜੂਰਾਂ ਖਿੱਲਰ ਗਈਆਂ, ਕਹਿੰਦਾ ਖੁਦਾ ਤੂੰ ਗੁੱਸਾ ਹੀ ਕਰ ਗਿਆ, ਮੈਂ ਤੇ ਮਖੌਲ ਹੀ ਕਰਨ ਡਿਆ ਸੀ ਤੇਰੇ ਨਾਲ, ਇਹ ਤੇ ਐਵੇਂ ਕਿਹਾ ਸੀ, ਦੇਣੀਆਂ ਤੇ ਜ਼ਰੂਰ ਸੀ। ਨਹੀਂ, ਆਦਮੀ ਝੂਠਾ, ਝੂਠਾ ਹੋਣਾ ਤੇ ਇਹਨੇ ਸਿੱਖੀ ਨਹੀਂ, ਭਾਵੇਂ ਇਹਨੂੰ ਸੰਨ ਦੇ ਉੱਪਰ ਫੜ ਲਵੋ, ਕਹੇਗਾ ਜੀ ਭੁਲੇਖੇ ਨਾਲ ਕਿਸੇ ਨੇ ਕਿਹਾ ਸੀ ਚੋਰੀ ਕਰੋ, ਮੈਂ ਤੇ ਬੜਾ ਸੰਤ ਹਾਂ, ਮੇਰੇ ਤੇ ਕੋਲ ਇਹ ਜੀ ਗੱਲ ਹੈ ਹੀ ਨਹੀਂ। ਇਹ ਮਨੁੱਖ ਦੀ ਆਪਣੀ ਦਸ਼ਾ ਹੈ। ਇਸ ਸਿੱਖ ਨੇ ਜਦੋਂ ਪਾਰ ਨਿਕਲਿਆ ਤੇ ਵੇਖਿਆ ਜਿਹੜੇ ਨਾਲ ਦੇ ਬੱਚੇ ਨੇ ਬੜੇ ਕਿਰਤ ਘਣ ਨੇ, ਪੁੱਛਿਆ ਵੀ ਨਹੀਂ ਗੁਰੂ ਨਾਨਕ ਕੌਣ ਹੈ। ਨਾਲ ਉਹਦਾ ਸਾਥੀ ਸੀ, ਉਹਨੇ ਕਿਹਾ ਸੱਜਣਾ ਇਹ ਸੰਸਾਰੀ ਨੇ, ਕਾਹਨੂੰ ਪੁੱਛਦੇ ਨੇ, ਚੱਲ ਅੱਗੇ, ਇਹ ਕੰਮ ਗੁਰੂ ਦਾ ਹੈ। ਇਹ ਉਹਨਾਂ ਚਿਰ ਹੀ ਪੁੱਛਦੇ ਜ਼ਿਆਦਾ ਜਿੰਨਾ ਚਿਰ ਲੋੜ ਹੁੰਦੀ। ਚਲਾ ਗਿਆ। ਖੈਰ ਗੁਰੂ ਤੇਗ ਬਹਾਦਰ ਸਾਹਿਬ ਕੋਲ ਗਿਆ। ਮੈਂ ਗੱਲ ਨੂੰ ਮੁਕਾ ਦਿਆਂ, ਛੋਟਾ ਕਰ ਦਿਆਂ। ਔਰ ਜਦੋਂ ਅੰਦਰ ਗਿਆ ਤੇ ਸੋਚਿਆ ਪਤਾ ਨਹੀਂ ਇਹ ਗੁਰੂ ਹੈਣ ਕਿ ਨਹੀਂ, 5 ਮੋਹਰਾਂ ਰੱਖੀਆਂ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਮੋਢਾ ਅੱਗੇ ਕਰ ਦਿੱਤਾ, ਕਹਿਣ ਲੱਗੇ ਮੱਖਣ ਸ਼ਾਹ, ਜਿੱਦਣ ਡੁੱਬਦਾ ਸੈਂ ਉਦਣ ਤੇ 500 ਕਿਹਾ ਸੀ, ਸਾਡਾ ਤੇ ਮੋਢਾ ਵੀ ਰਗੜਿਆ ਗਿਆ ਤੇਰਾ ਜਹਾਜ਼ ਚੁੱਕ ਚੁੱਕ ਕੇ, ਹੁਣ 5 ਤੇ ਆ ਗਿਆ। ਫਿਰ ਇਹਨੇ 500 ਭੇਟਾਂ ਕੀਤੀਆਂ ਤੇ ਨਾਲੇ ਕਿਹਾ ਸੀ ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਇਹ ਹੱਥ ਦੇ ਕੇ ਬਚਾਉਣ ਦੀ ਅਰਦਾਸ ਗੁਰੂ ਕਲਗੀਆਂ ਵਾਲੇ ਕਰ ਰਹੇ, ਕਹਿੰਦੇ ਰਾਖ ਲਿਓ ਮੋਹਿ ਰਾਖਣ ਹਾਰੇ, ਤੁਸੀਂ ਰੱਖਣ ਵਾਲੇ ਹੋ, ਮੈਨੂੰ ਬਚਾ ਲਓ। ਸਾਹਿਬ ਸੰਤ ਸਹਾਏ ਪਿਆਰੇ, ਤੁਸੀਂ ਆਪਣੇ ਸੰਤਾਂ ਦੇ ਸਦਾ ਹੀ ਸਹਾਇਕ ਰਹੇ ਹੋ, ਜਿਹੜੇ ਤੁਹਾਡੀ ਸ਼ਰਨ ਵਿੱਚ ਪਏ ਨੇ, ਤੁਸੀਂ ਉਹਨਾਂ ਦੀ ਸਹਾਇਤਾ ਜ਼ਰੂਰ ਕੀਤੀ ਹੈ, ਤੁਸੀਂ ਉਹਨਾਂ ਦੀ ਰੱਖਿਆ ਜ਼ਰੂਰ ਕਰਦੇ ਹੋ। ਇੱਕ ਗੁਣ ਤੁਹਾਡੇ ਵਿੱਚ ਹੋਰ ਹੈ, ਕਲਗੀਧਰ ਪਾਤਸ਼ਾਹ ਕਹਿੰਦੇ ਦੀਨ ਬੰਧ ਦੁਸ਼ਟਨ ਕੇ ਹੰਤਾ। ਦੀਨ ਦਾ ਅਰਥ ਹੈ ਗਰੀਬ, ਬੰਧ ਦਾ ਅਰਥ ਹੈ ਧੀਰਜ ਦੇਣ ਵਾਲੇ। ਦੁਸ਼ਟਨ ਕੇ ਹੰਤਾ, ਹੰਤਾ ਦਾ ਅਰਥ ਹੈ ਹੰਤਨਾ, ਹੱਤਿਆ ਕਰਨੀ, ਮਾਰਨਾ। ਤੁਹਾਡਾ ਇੱਕ ਸੁਭਾਅ ਹੈ, ਦੁਸ਼ਟਾਂ ਨੂੰ ਮਾਰਨ ਵਾਲੇ ਹੋ, ਤੇ ਜਿਹੜੇ ਗਰੀਬ ਨੇ, ਨਿਮਰਤਾ ਵਾਲੇ ਨੇ, ਉਹਨਾਂ ਦੀ ਰੱਖਿਆ ਕਰਨ ਵਾਲੇ ਹੋ, ਉਹਨਾਂ ਤੇ ਕਿਰਪਾ ਕਰਨ ਵਾਲੇ ਹੋ, ਉਹਨਾਂ ਦੀ ਰਾਖੀ ਕਰਨ ਵਾਲੇ ਹੋ। ਕਹਿੰਦੇ ਦੀਨ ਬੰਦ ਦੁਸ਼ਟਨ ਕੇ ਹੰਤਾ, ਉਹ ਦੁਸ਼ਟਾਂ ਨੂੰ ਮਾਰਨ ਵਾਲਾ ਹੈ, ਇਹ ਉਹਦਾ ਸੁਭਾਅ ਹੈ। ਮੈਂ ਪਹਿਲੇ ਦੀਵਾਨ ਵਿੱਚ ਵੀ ਸ਼ਾਇਦ ਬੇਨਤੀ ਕੀਤੀ ਸੀ, ਕੁਝ ਲੋਕ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਸਰਬੱਤ ਦਾ ਭਲਾ ਮੰਗਿਆ ਗਿਆ, ਚੌਪਈ ਸਾਹਿਬ ਵਿੱਚ ਤੇ ਕਿਹਾ ਗਿਆ ਮਾਰੋ ਦੁਸ਼ਟਾਂ ਨੂੰ, ਇਹ ਤੇ ਬਾਣੀ ਕਿਵੇਂ ਗੁਰੂ ਦੀ ਹੈ? ਤੇ ਮੈਂ ਉਦੋਂ 2-3 ਉਦਾਹਰਨਾਂ ਦਿੱਤੀਆਂ ਸਨ। ਪੜ੍ਹੋ ਬਾਣੀ, ਗੁਰੂ ਗ੍ਰੰਥ ਸਾਹਿਬ ਨੂੰ ਚੰਗੀ ਤਰ੍ਹਾਂ ਪੜ੍ਹੋ। ਅਸੀਂ ਦੂਜਿਆਂ ਨੂੰ ਕਹਿੰਦੇ ਰਹੇ ਹਾਂ ਵੀ ਤੁਸੀਂ ਫੁੱਲ ਇਕੱਲੇ ਚੜਾਉਂਦੇ ਹੋ, ਕਦੀ ਬਾਣੀ ਨੂੰ ਪੜ੍ਹਿਆ ਕਰੋ ਜੀ, ਗਿਆਨ ਲਵੋ ਸਾਡੇ ਤੋਂ। ਆਪ ਨਹੀਂ ਪੜ੍ਹਿਆ ਅਸੀਂ, ਨਹੀਂ ਤੇ ਗੱਲਾਂ ਨਾ ਕਰਦੇ। ਪੜ੍ਹਿਆ ਸੀ ਗੁਰੂ ਗ੍ਰੰਥ ਸਾਹਿਬ ਵੀ ਨਹੀਂ,
ਗੱਲਾਂ ਅਸੀਂ ਬਾਈਬਲ ਦੀਆਂ ਕਰੀ ਜਾਂਦੇ ਹਾਂ, ਦਸਮ ਗ੍ਰੰਥ ਦੀਆਂ ਕਰੀ ਜਾਂਦੇ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਕਿ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੁਆ ਨਾ ਪਾਕ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਲਿਖਿਆ, ਪਾਪੀ ਕੋ ਦੰਡ ਦਿਓ ਏ ਜੈਕਾਰ ਕੀਓ ਧਰਮੀਆਂ ਕਾ। ਸਤਿਗੁਰਾਂ ਦੀ ਬਾਣੀ ਵਿੱਚ ਲਿਖਿਆ ਹੋਇਆ ਹੈ, ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੁਆ ਹੋਏ ਸੂਲ। ਉਹ ਬ੍ਰਾਹਮਣ ਮਰ ਗਿਆ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੂੰ ਜ਼ਹਿਰੀਲਾ ਦਹੀਂ ਪਿਆਉਣ ਦਾ ਯਤਨ ਕਰ ਰਿਹਾ ਸੀ। ਇਹ ਬੇਨਤੀ ਕੀਤੀ ਗਈ ਹੈ, ਇਹਦੇ ਤੋਂ ਬਿਨਾਂ ਨਹੀਂ ਸਰਿਆ। ਜਿੱਥੇ ਸਰਬੱਤ ਦਾ ਭਲਾ ਹੈ ਨਾ, ਦੋ ਚੀਜ਼ਾਂ ਨੂੰ ਅਸੀਂ ਇਕੱਠੀਆਂ ਨਹੀਂ ਵੇਖ ਸਕਦੇ। ਮੈਂ ਸ਼ੁਰੂ ਵਿੱਚ ਕਿਹਾ ਸੀ, ਗੁਰੂ ਦੇ ਨੇੜੇ ਬਹੁਤਾ ਆ ਜਾਈਏ ਨਾ, ਜਿਵੇਂ ਆਪਾਂ ਇੱਕ ਬੱਚਾ ਹੈ, ਦੂਰੋਂ ਖਲੋ ਕੇ ਕਿਸੇ ਚੀਜ਼ ਨੂੰ ਵੇਖੇ ਤੇ ਸਾਰੀ ਦਿਸੇਗੀ। ਬੱਚਾ ਨਹੀਂ, ਵੱਡੇ ਵੀ ਵੇਖੋ, ਤੁਸੀਂ ਦੂਰੋਂ ਖਲੋ ਕੇ ਵੇਖੋਗੇ ਤੇ ਇਮਾਰਤ ਸਾਰੀ ਦਿਸੇਗੀ, ਕਮਰੇ ਵੀ ਦਿਸਣਗੇ, ਬਰਾਮਦੇ ਵੀ ਦਿਸਣਗੇ, ਸਭ ਕੁਝ ਦਿਸੇਗਾ। ਪਰ ਜੇ ਤੁਸੀਂ ਬਹੁਤਾ ਨੇੜੇ ਆ ਗਏ ਤਾਂ ਇੱਕੋ ਹੀ ਕਮਰਾ ਦਿਸੇਗਾ, ਬਾਕੀ ਅੱਖਾਂ ਤੋਲੇ ਹੋ ਜਾਏਗਾ। ਮੈਨੂੰ ਇੰਝ ਲੱਗਦਾ ਹੈ ਅਸੀਂ ਬਹੁਤੇ ਨੇੜੇ ਆ ਗਏ ਜਿਹੜੇ ਗੁਰੂ ਦੇ ਪੜ੍ਹ ਕੇ। ਸਾਨੂੰ ਗੁਰੂ ਦੀ ਇੱਕ ਗੱਲ ਦਿਸਦੀ ਹੈ, ਬਾਕੀਆਂ ਦਿਸਦੀਆਂ ਕੋਈ ਨਹੀਂ, ਵੀ ਹੋਰ ਵੀ ਕਈਆਂ ਹੋਈਆਂ ਨੇ ਵਿੱਚ, ਜ਼ਿਆਦਾ ਨੇੜੇ ਹੋ ਗਏ। ਤਾਂ ਮੈਂ ਸਮਝਣਾ ਦੂਰ ਰਹਿਣ ਦਾ ਮਤਲਬ ਥੋੜ੍ਹੀ ਜਿਹੀ ਸ਼ਰਧਾ ਵਿੱਚ, ਭੈ ਵਿੱਚ ਰਹਿਣਾ, ਅਦਬ ਵਿੱਚ ਰਹਿਣਾ। ਅਦਬ ਅਸੀਂ ਛੱਡ ਦਿੱਤਾ। ਇਸ ਕਰਕੇ ਸਾਨੂੰ ਇੱਕ ਚੀਜ਼ ਦਿਸਦੀ ਹੈ ਜੀ, ਗੁਰੂ ਸਾਹਿਬ ਨੇ ਤੇ ਸਰਬੱਤ ਦਾ ਭਲਾ ਮੰਗਿਆ, ਦੁਸ਼ਟਾਂ ਦੀ ਗੱਲ ਕਿੱਥੇ ਕੀ, ਉਹ ਪਾਸੇ ਹੋ ਗਈ ਗੱਲ। ਜਿਨ੍ਹਾਂ ਨੂੰ ਦੁਸ਼ਟਾਂ ਦੀ ਦਿਸਦੀ, ਉਹਨਾਂ ਨੂੰ ਸਰਬੱਤ ਦਾ ਭਲਾ ਨਹੀਂ ਦਿਸਦਾ। ਗੱਲ ਦੋਵਾਂ ਪਾਸੇ ਬਰਾਬਰ ਹੋ ਗਈ। ਤਾਂ ਇਹਨੂੰ ਜਾਣਨਾ ਚਾਹੀਦਾ। ਬੇਨਤੀ ਕਰ ਰਹੇ ਨੇ, ਮੇਰੀ ਰੱਖਿਆ ਕਰੋ, ਤੁਮ ਹੋ ਪੁਰੀ ਚਤੁਰਦਸ ਕੰਤਾ। ਤੁਸੀਂ 14 ਪੁਰੀਆਂ ਦੇ ਕੰਤ ਹੋ, ਮਾਲਕ ਹੋ। ਸੋ ਐਸੇ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਨੀ ਚਾਹੀਦੀ। ਆਓ 1-2 ਮਿੰਟ ਵਾਸਤੇ ਅਰਦਾਸ ਬੇਨਤੀ ਕਰੀਏ। ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ, ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ, ਨਾਮ ਮਿਲੇ। ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ, ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਨਿਰਗੁਣ ਆਰੇ ਕੋ ਗੁਣ ਨਾਹੀ। ਆਪੇ ਤਰਸ ਪਇਓਈ ਨਾਨਕ, ਨਾਮ ਮਿਲੇ, ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ। ਆਪੇ ਤਰਸ ਤਰਸ ਪਿਆ ਮਿਹਰਾਮਤ ਹੋਈ, ਤਰਸ ਪਿਆ ਮਿਹਰਾਮਤ ਹੋਈ। ਤਰਸ ਪਿਆ ਮਿਹਰਾਮਤ ਹੋਈ, ਤਰਸ ਪਿਆ ਮਿਹਰਾਮਤ ਹੋਈ। ਸਤਿਗੁਰ ਸੱਜਣ ਮਿਲਿਆ ਨਾਨਕ, ਨਾਮ ਮਿਲੇ, ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ। ਸਤਿਗੁਰ ਸੱਜਣ ਤਨ ਮਨ ਥੀਵੈ ਹਰਿਆ ਨਾਨਕ, ਨਾਮ ਮਿਲੇ, ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ। ਤਨ ਮਨ ਥੀਵੈ ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ। ਸੋਏ ਬਾਣੀ ਚੌਪਈ ਸਾਹਿਬ ਦੀ ਵਿਆਖਿਆ, ਜੋ ਕਿ ਇਹਨਾਂ ਦਿਨਾਂ ਵਿੱਚ ਵਿਆਖਿਆ ਗੁਰੂ ਸਾਹਿਬ ਦੀ ਕਿਰਪਾ ਨਾਲ ਚੱਲੇਗੀ।
शाम के दीवान विच एक हफ्ते वास्ते हुण ये बाणी की व्याख्या शाम नूं कीती जाएगी। आप जी ने ठीक समय 6 वजन तो कुछ मिनट पहला पहुँचने की किरपा करनी। इन्नियां बेनतियां प्रवान हुई।